पग पंकज बंदन पग पंकज बंदन सिमरो अंगद दोख निकंदन अमरदास गुर हृदय त्यामो हृदय त्यामो श्री गुरु रामदास गुण गामो श्री अर्जन विघ्नन के नाशक विघ्नन के नाशक श्री हर गोबिंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी गुरु तेग बहादुर परम कृपाला परम कृपाला श्री गुरु गोबिंद सिंह विशाला तरो धरा पर पुन पुन सीसा पुन पुन सीसा बंद हो बार बार जगदीशा जिसमें है अमृत ज्ञान है माणक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सच होए वाहिगुरु जी की फतेह विघ्न विनाशन सोए तन तन सच्चे पातशाह गरीब नवाज अंतरजामी दीन दुनिया दे मालिक चबर छतर तखत दे मालिक समरथ सच्चे पातशाह प्रतख सच्चे पातशाह दासां गरीबां दी इज्जत रखण वाले पड़दे कज्जण वाले सच्चे पातशाह जी महाराज दीन दयाल कृपाल अंतरजामी पूरन पार ब्रह्म परमेश्वर वाहिगुरु अकाल पुरख स्वरूप सच्चे पातशाह हाजरा हजूर जहरा जहूर सर्ब कला भरपूर सदा ही मेहरां करन वाले बख्शिशां करन वाले सच्चे पातशाह राजन के राजा महाराजन के महाराजा चवर छतर तखत दे मालक धन धन अंतरजामी सच्चे पातशाह जी महाराज धन धन सतगुरु श्री गुरु ग्रंथ साहिब जी महाराज बड़े ही प्रेम दे नाल उचारण करो जी धन धन श्री गुरु ग्रंथ साहिब जी महाराज धन धन श्री गुरु ग्रंथ साहिब जी महाराज श्री गुरु ग्रंथ साहिब सच्चे पातशाह महाराज जी की पवित्र हजूरी विच सज के गुरबाणी दे रस पीने कीर्तन आप जी ने सरवण कीते ने आओ बड़े ही प्रेम दे नाल दास जी ते अपनी हाजरी हजूर सच्चे पातशाह महाराज जी के चरणों में लवाओ जी दोवें हाथ जोड़ के प्रेम दे नाल गज के फतेह बुलाओ जी वाहिगुरु जी का खालसा वाहिगुरु जी की फतेह। एक बार फिर खेचल करो जी गज के फतेह बुलाओ जी वाहिगुरु जी का खालसा वाहिगुरु जी की फतेह।
ਧੰਨ ਸੱਚੇ ਪਾਤਸ਼ਾਹ ਗੁਰੂ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਸਮੂਹ ਸੰਗਤ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰ ਰਹੇ ਹੋ। ਸਾਧ ਸੰਗਤ ਜੀ, ਆਪ ਜੀ ਨੇ ਸਰਵਣ ਕੀਤਾ ਕਿਸ ਤਰੀਕੇ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਾਂਗੜਪੁਰ ਦੀ ਧਰਤੀ ਤੇ ਰਹੇ, ਵੱਡਾ ਜੰਗ ਕੀਤਾ ਗੁਰੂਸਰ ਮਹਾਰਾਜ ਦੀ ਧਰਤੀ ਤੇ, ਫਿਰ ਸੱਚੇ ਪਾਤਸ਼ਾਹ ਕਾਂਗੜਪੁਰ ਦੀ ਧਰਤੀ ਤੇ ਆਏ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਗੁਰੂ ਜੀ ਨੇ ਵੱਡੀ ਕਿਰਪਾ ਕੀਤੀ। ਸਾਧ ਸੰਗਤ ਜੀ, ਆਪਾਂ ਜੀਵ ਗੁਰੂ ਜੀ ਦੀ ਸਾਰੀ ਗੱਲ ਨਹੀਂ ਜਾਣ ਸਕਦੇ ਜੀ। ਸਾਡੀ ਜਿਹੜੀ ਬੁੱਧੀ ਹੈ ਉਹ ਬਹੁਤ ਜ਼ਿਆਦਾ ਛੋਟੀ ਹੈ ਜੀ। ਗੁਰੂ ਜੀ ਤੇ ਗੁਰੂ ਜੀ ਦੇ ਕੌਤਕ ਬਹੁਤ ਵੱਡੇ ਨੇ। ਸਾਡੀ ਬੁੱਧੀ ਸਾਰੀਆਂ ਗੱਲਾਂ ਦਾ ਪਤਾ ਨਹੀਂ ਜੀ ਕਰ ਸਕਦੀ ਜੀ। ਜਿੰਨਾ ਕੁ ਗੁਰੂ ਜੀ ਆਪ ਜਣਾ ਦੇਣ, ਆਪ ਜਿੰਨੀ ਕੁ ਗੁਰੂ ਸਾਹਿਬ ਕਿਰਪਾ ਕਰ ਦੇਣ, ਉਹਦੇ ਵਿੱਚੋਂ ਭੋਰਾ ਮਾਤਰ ਹੀ ਅਸੀਂ ਬਿਆਨ ਕਰ ਸਕਦੇ ਹਾਂ, ਬਹੁਤ ਕੁਝ ਨਹੀਂ ਦੱਸ ਸਕਦੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ, ਹਜ਼ੂਰ ਸੱਚੇ ਪਾਤਸ਼ਾਹ ਗੁਰੂ ਛੇਵੇਂ ਪਾਤਸ਼ਾਹ ਜੀ ਕਾਂਗੜਪੁਰ ਦੀ ਧਰਤੀ ਤੇ ਸੱਜੇ ਸਨ। ਕਾਂਗੜਪੁਰ ਦਾ ਹੀ ਰਾਜਾ ਹੈ ਰਾਏ ਜੋਧ। ਰਾਏ ਜੋਧ ਨੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਗਰੀਬ ਨਵਾਜ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਆਪ ਜੀ ਕਿਰਪਾ ਕਰੋ, ਦਇਆ ਕਰੋ, ਮੇਰੀ ਤੇ ਰਾਣੀ ਦੀ ਬੜੀ ਇੱਛਾ ਹੈ, ਤੁਸੀਂ ਘਰ ਵਿੱਚ ਚਰਨ ਪਾਓ ਤੇ ਪ੍ਰਸ਼ਾਦਾ ਛਕੋ। ਮਹਾਰਾਜ ਸੱਚੇ ਪਾਤਸ਼ਾਹ ਘਰ ਵਿੱਚ ਗਏ, ਮਹਿਲਾਂ ਦੇ ਵਿੱਚ ਗਏ। ਰਾਣੀ ਨੇ ਬੜਾ ਹੀ ਚਾਅ ਕੀਤਾ ਜੀ। ਰਾਣੀ, ਮੈਂ ਫਿਰ ਬੇਨਤੀ ਕਰਾਂ, ਰਾਣੀ ਬੜੇ ਭਾਗਾਂ ਵਾਲੀ, ਬੜੀ ਸ੍ਰੇਸ਼ਟ ਸੀ ਤੇ ਬਚਪਨ ਤੋਂ ਗੁਰਬਾਣੀ ਦਾ ਪਾਠ ਕਰਦੀ ਸੀਗੀ ਜੀ। ਗੱਜ ਕੇ ਆਖੋ ਵਾਹਿਗੁਰੂ। ਬਹੁਤ ਘੱਟ ਵਿਰਲੀਆਂ ਥਾਵਾਂ ਤੇ ਐਸਾ ਮਿਲਦਾ ਜੀ। ਇੰਨੀ ਵੱਡਾ ਰਾਜ ਭਾਗ ਹੋਵੇ ਰਾਣੀ ਇੰਨੀ ਸ਼ਰਧਾ ਰੱਖੇ। ਬਚਪਨ ਤੋਂ ਰਾਣੀ ਗੁਰੂ ਕੀ ਬਾਣੀ ਦਾ ਪਾਠ ਕਰਦੀ ਹੈ। ਰਾਣੀ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜੇ ਪ੍ਰੇਮ ਦੇ ਨਾਲ ਆਸਣ ਤੇ ਬਿਠਾ ਕੇ ਰਾਏ ਜੋਧ ਸੱਚੇ ਪਾਤਸ਼ਾਹ ਦੇ ਚਰਨ ਧਵਾਉਂਦਾ ਜੀ। ਰਾਣੀ ਬੜੇ ਪਿਆਰ ਦੇ ਨਾਲ ਚਰਨ ਧਵਾਰੀ ਤੇ ਰਾਏ ਜੋਧ ਤੋਂ ਜਲ ਪਾ ਰਿਹਾ ਜੀ। ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਸ਼ਰਧਾ ਵੇਖ ਰਹੇ ਨੇ ਵੀ ਇਹ ਦੋਵੇਂ ਜੀ ਬੜੀ ਭਾਵਨਾ ਦੇ ਨਾਲ ਸੇਵਾ ਕਰਨ ਦੇ ਜੀ। ਫਿਰ ਰਾਣੀ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਸ਼ਾਦਾ ਆਪ ਛਕਾਇਆ। ਕਈ ਤਰ੍ਹਾਂ ਦੇ ਪਦਾਰਥ ਉਹਨੇ ਬਣਾ ਕੇ ਰੱਖੇ ਸੀਗੇ ਜੀ, ਕਈ ਤਰ੍ਹਾਂ ਦੇ ਪਦਾਰਥ ਜੀ, ਤੇ ਕਹਿ ਕੇ ਛਕਾਇਆ, ਮਹਾਰਾਜ ਆ ਵੀ ਛਕੋ। ਸੱਚੇ ਪਾਤਸ਼ਾਹ ਮਿੱਠਾ ਪਦਾਰਥ ਹੈ, ਮਹਾਰਾਜ ਆ ਨਮਕੀਨ ਪਦਾਰਥ ਹੈ। ਸੱਚੇ ਪਾਤਸ਼ਾਹ ਇਹ ਨਵੇਂ ਤਰ੍ਹਾਂ ਦਾ ਪਦਾਰਥ ਹੈ। ਗੁਰੂ ਸਾਹਿਬ ਜੀ ਨੂੰ ਕਹਿ ਕੇ ਬੇਨਤੀਆਂ ਕਰ ਕੇ ਰਾਣੀ ਨੇ ਪ੍ਰਸ਼ਾਦਾ ਛਕਾਇਆ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ, ਪ੍ਰਸ਼ਾਦਾ ਤੇ ਉਹੀ ਹੁੰਦਾ ਜੀ, ਬਣਾਉਣ ਵਾਲੇ ਦੀ ਭਾਵਨਾ ਨਾਲ ਜੁੜੀ ਹੋਵੇ ਨਾ ਜੀ। ਬਣਾਉਣ ਵਾਲਾ ਭਾਵਨਾ ਨਾ ਬਣਾਵੇ, ਸ਼ਰਧਾ ਦੇ ਨਾਲ ਬਣਾਵੇ, ਉਸ ਪ੍ਰਸ਼ਾਦੇ ਵਿੱਚ ਹੋਰ ਰਸ ਘੁਲ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਤੇ ਜੇ ਕਿਤੇ ਘਰ ਪ੍ਰਸ਼ਾਦਾ ਪਾਣੀ ਬਣਾਉਂਦਿਆਂ ਉੱਤੇ ਬਾਣੀ ਪੜ੍ਹਦੇ ਹੋ ਤੇ ਸਾਧ ਸੰਗਤ ਜੀ, ਉਹ ਪ੍ਰਸ਼ਾਦਾ ਅੰਮ੍ਰਿਤ ਹੀ ਬਣ ਜਾਂਦਾ ਜੀ। ਬਾਣੀ ਪੜ੍ਹ ਕੇ ਤਿਆਰ ਕੀਤਾ ਹੋਇਆ ਪ੍ਰਸ਼ਾਦਾ ਜਿਹੜਾ ਹੈ, ਜਿਹੜਾ ਉਹਨੂੰ ਛਕੇਗਾ ਉਹਦੀ ਸੁਰਤ ਪਵਿੱਤਰ ਹੁੰਦੀ ਜਾਏਗੀ ਜੀ, ਉਹਦੀ ਮਤ ਪਵਿੱਤਰ ਹੋ ਜਾਏਗੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਰ ਚੀਜ਼ ਅਸਰ ਕਰਦੀ ਹੈ। ਹੋਰ ਗੱਲਾਂ ਕਰਦਿਆਂ ਪ੍ਰਸ਼ਾਦਾ ਤਿਆਰ ਕਰੋ, ਉਹ ਪ੍ਰਸ਼ਾਦਾ ਕਰਕੇ ਵੱਧ ਤੋਂ ਵੱਧ ਉਹ ਪ੍ਰਸ਼ਾਦਾ ਛਕ ਕੇ ਵੱਧ ਤੋਂ ਵੱਧ ਗੱਲਾਂ ਕਰਨ ਨੂੰ ਜੀ ਕਰੇਗਾ ਜੀ, ਵੀ ਵੱਧ ਤੋਂ ਵੱਧ ਗੱਲਾਂ ਕਰੀਏ। ਤੇ ਜੇ ਬਾਣੀ ਪੜ੍ਹਦੇ ਹਾਂ, ਪ੍ਰਸ਼ਾਦਾ ਤਿਆਰ ਹੋਵੇ, ਜਿੱਥੇ ਉਹ ਪ੍ਰਸ਼ਾਦਾ ਅੰਮ੍ਰਿਤ ਬਣ ਜਾਂਦਾ ਜੀ, ਉੱਥੇ ਉਸ ਪ੍ਰਸ਼ਾਦੇ ਨੂੰ ਛਕਦਿਆਂ ਮਨੁੱਖ ਦੀ ਸੁਰਤ ਪਵਿੱਤਰ ਹੋ ਜਾਂਦੀ ਜੀ, ਮਨੁੱਖ ਦੀ ਮਤ ਪਵਿੱਤਰ ਹੋ ਜਾਂਦੀ ਹੈ। ਰਾਣੀ ਨੇ ਬੜੇ ਹੀ ਪਿਆਰ ਦੇ ਨਾਲ ਤੇ ਬੜੀ ਸ਼ਰਧਾ ਦੇ ਨਾਲ ਪ੍ਰਸ਼ਾਦਾ ਪਕਾਇਆ। ਇਹ ਮੈਂ ਬੇਨਤੀ ਤਾਂ ਕਰ ਰਿਹਾ ਕਿਉਂਕਿ ਸਾਡੀ ਦਿਨ ਰਾਤ ਗੁਰੂ ਜੀ ਨੇ ਡਿਊਟੀ ਇਸੇ ਕਾਰਜ ਦੀ ਲਾਈ ਹੈ। ਸੰਗਤਾਂ ਦੇ ਵਿੱਚ ਜਾਣਾ, ਕਈ ਕੁਝ ਕਰਨਾ ਜੀ, ਤੇ ਪਤਾ ਲੱਗ ਜਾਂਦਾ ਜੀ ਪ੍ਰਸ਼ਾਦਾ ਛਕ ਕੇ ਵੀ ਪ੍ਰਸ਼ਾਦਾ ਕੈਸਾ ਬਣਿਆ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਘਰ ਵਾਪਸ ਆਉਂਦਿਆਂ ਤੱਕ ਇੱਥੇ ਗੁਰਦੁਆਰਾ ਸਾਹਿਬ ਪਹੁੰਚਣ ਤੱਕ ਪਤਾ ਲੱਗ ਜਾਂਦਾ ਇਹ ਪ੍ਰਸ਼ਾਦਾ ਸਹੀ ਤਰੀਕੇ ਨਾਲ ਬਣਿਆ ਸੀ ਜਾਂ ਗਲਤ ਤਰੀਕੇ ਨਾਲ ਬਣਿਆ ਸੀ।
ਜੇ ਤੇ ਪ੍ਰਸ਼ਾਦਾ ਭਾਵਨਾ ਨਾਲ ਤੇ ਬਾਣੀ ਪੜ੍ਹਦਿਆਂ ਤਿਆਰ ਹੋਇਆ ਤੇ ਗੁਰਮੁਖੋ ਕੁਦਰਤੀ ਗੱਲ ਹੈ ਘਰ ਇੱਥੇ ਗੁਰਦੁਆਰਾ ਸਾਹਿਬ ਆ ਕੇ ਵੀ ਬਾਣੀ ਪੜ੍ਹਨ ਨੂੰ ਜੀ ਕਰੇਗਾ ਜੀ। ਇਹ ਬੜੇ ਤੱਤ ਨੇ ਜੀ ਇਹਨਾਂ ਚੀਜ਼ਾਂ ਦੇ। ਖੈਰ ਰਹੋ ਵਿਚਾਰ। ਸੱਚੇ ਪਾਤਸ਼ਾਹ ਨੇ ਪ੍ਰਸ਼ਾਦਾ ਛਕ ਲਿਆ। ਰਾਜਾ ਤੇ ਰਾਣੀ ਮਹਾਰਾਜ ਦੇ ਸਾਹਮਣੇ ਬੈਠ ਗਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਜੇ ਨੇ ਤੇ ਰਾਣੀ ਨੇ ਬੜੀਆਂ ਹੀ ਬੇਨਤੀਆਂ ਕੀਤੀਆਂ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਮਹਾਰਾਜ ਕਹਿਣ ਲੱਗੇ ਤੁਹਾਡੇ ਦੋਵਾਂ ਦਾ ਮਨ ਸਿੱਖੀ ਵਿੱਚ ਟਿਕਿਆ ਰਹੇਗਾ। ਇਸ ਲੋਕ ਵਿੱਚ ਤੇ ਕੋਈ ਸੰਕਟ ਆਉਣਾ ਹੀ ਨਹੀਂ ਤੁਹਾਨੂੰ। ਕਹਿਣ ਲੱਗੇ ਪਰਲੋਕ ਵਿੱਚ ਜਾਓਗੇ ਉੱਥੇ ਵੀ ਕੋਈ ਸੰਕਟ ਨਹੀਂ ਆਏਗਾ ਜੀ। ਆਹ ਬਚਨ ਸੱਚੇ ਪਾਤਸ਼ਾਹ ਨੇ ਕੀਤੇ। ਇਹੋ ਜਿਹੇ ਬਚਨ ਕੀਤੇ ਜਿਨ੍ਹਾਂ ਨੂੰ ਸੁਣ ਕੇ ਬੜੀ ਸ਼ਰਧਾ ਪੈਦਾ ਹੁੰਦੀ ਹੈ ਵੀ ਸੱਚੇ ਪਾਤਸ਼ਾਹ ਕਿਵੇਂ ਜਨਮ ਤੇ ਮਰਨ ਸਿੱਖ ਦਾ ਕੱਟਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜੰਮਣਾ ਤੇ ਮਰਨਾ ਬੜਾ ਵੱਡਾ ਦੁੱਖ ਹੈਗਾ ਜੀ। ਬਾਰ-ਬਾਰ ਜੰਮੀ ਜਾਣਾ, ਬਾਰ-ਬਾਰ ਮਰੀ ਜਾਣਾ। ਆਪਾਂ ਸਾਰੇ ਇਸੇ ਹੀ ਪੀਰੀਅਡ ਚੋਂ ਲੰਘੇ ਆ ਕਿਉਂ ਸਾਡਾ ਸਾਰਿਆਂ ਦਾ ਜਨਮ ਹੋਇਆ ਜੀ। ਹਾਂਜੀ, ਗੁਰੂ ਕਿਰਪਾ ਕਰੇ ਜੰਮਣ ਮਰਨ ਕੱਟ ਕੇ ਤੇ ਆਪਣੇ ਚਰਨਾਂ ਨਾਲ ਜੋੜ ਲੈਣ ਸੱਚੇ ਪਾਤਸ਼ਾਹ। ਮਹਾਰਾਜ ਨੇ ਕਿਹਾ ਤੁਹਾਡਾ ਜੰਮਣ ਮਰਨ ਕੱਟਿਆ ਗਿਆ। ਰਾਣੀ ਨੇ ਬੜੇ ਪਿਆਰ ਨਾਲ ਆਖਿਆ ਸੱਚੇ ਪਾਤਸ਼ਾਹ ਮਿਹਰਾਂ ਕਰੋ। ਰਾਜਾ ਕਹਿਣ ਲੱਗਾ ਮਹਾਰਾਜ ਤੁਸੀਂ ਹੁਣ ਕਾਂਗੜਪੁਰ ਤੋਂ ਚਲੇ ਜਾਣਾ। ਮੇਰੀ ਬੇਨਤੀ ਹੈ ਮਹਾਰਾਜ ਮੈਂ ਆਪਣੀ ਰਿਆਸਤ ਛੱਡ ਦੇਣੀ ਤੇ ਤੁਹਾਡੇ ਨਾਲ ਹੀ ਰਹਿਣਾ ਸੱਚੇ ਪਾਤਸ਼ਾਹ। ਜਿੱਥੇ ਜਿੱਥੇ ਆਪ ਜੀ ਜਾਓਗੇ ਉੱਥੇ ਉੱਥੇ ਨਾਲ ਮੈਂ ਵੀ ਜਾਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਰਾਜਾ ਜੀ ਆਪਣੇ ਦੇਸ਼ ਵਿੱਚ ਰਹੋ। ਇੱਥੇ ਰਹਿ ਕੇ ਵਾਹਿਗੁਰੂ ਵਾਹਿਗੁਰੂ ਜਪੋ। ਅਸੀਂ ਤੁਹਾਡੇ ਕੋਲ ਹੀ ਆ ਕਹਿਣ ਲੱਗੇ। ਤੇ ਨਾਲ ਹੀ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਸਮਾਂ ਆਏਗਾ ਸੱਦ ਲਵਾਂਗੇ ਤੁਹਾਨੂੰ। ਹਾਂਜੀ, ਰਾਣੀ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਬੱਬ ਬਣੇ ਮਿਹਰ ਕਰਿਓ। ਇਹ ਦੇਸ਼ ਤੁਹਾਡਾ ਹੀ ਹੈ। ਇਸ ਦੇਸ਼ ਵਿੱਚ ਜ਼ਰੂਰ ਚਰਨ ਪਾਇਓ। ਮਹਾਰਾਜ ਕਹਿਣ ਲੱਗੇ ਰਾਣੀ ਹੁਣ ਤੇ 10ਵੇਂ ਜਾਮੇ ਵਿੱਚ ਹੀ ਚਰਨ ਪਾਵਾਂਗੇ। ਗੱਜ ਕੇ ਆਖੋ ਵਾਹਿਗੁਰੂ। ਆਉਣ ਵਾਲੇ ਸਮੇਂ ਦਾ ਬਚਨ ਸੱਚੇ ਪਾਤਸ਼ਾਹ ਨੇ ਕੀਤਾ। ਮਹਾਰਾਜ ਕਹਿੰਦੇ ਰਾਣੀ ਹੁਣ ਤੇ ਸਿੱਧਾ 10ਵੇਂ ਜਾਮੇ ਵਿੱਚ ਚਰਨ ਪਾਵਾਂਗੇ। ਤੇਰਾ ਕੁੱਲ ਪਰਿਵਾਰ ਸਾਡੀ ਸੇਵਾ ਕਰੇਗਾ ਉਰੋਂ ਕਹਿਣ ਲੱਗੇ। ਗੁਰੂ ਸਾਹਿਬ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਇਸ ਇਲਾਕੇ ਦੇ ਵਿੱਚ ਆਉਂਦੇ ਨੇ। ਇਸ ਇਲਾਕੇ ਨੂੰ ਤਾਰਦੇ ਨੇ ਜੀ। ਸੋ ਸਾਧ ਸੰਗਤ ਜੀ ਆਪ ਜੀ ਨੇ ਇਹ ਇਤਿਹਾਸ ਕੱਲ ਬੜੇ ਪ੍ਰੇਮ ਦੇ ਨਾਲ ਸੁਣਿਆ। ਅੱਗੋਂ ਇਤਿਹਾਸ ਚੱਲ ਰਿਹਾ। ਸੱਚੇ ਪਾਤਸ਼ਾਹ ਰਾਜੇ ਦੇ ਘਰੋਂ ਗਾਂ ਵਾਪਸ ਆ ਗਏ ਜੀ। ਜਦੋਂ ਮਹਾਰਾਜ ਵਾਪਸ ਆਏ ਤੇ ਮਹਾਰਾਜ ਨੇ ਅਗਲੇ ਦਿਨ ਫਿਰ ਜਿਹੜਾ ਦੀਨਾ ਕਾਂਗੜ ਜਿਸ ਧਰਤੀ ਤੇ ਆਏ ਸਨ ਕਾਂਗੜਪੁਰ ਦੀ ਧਰਤੀ ਤੇ ਮਹਾਰਾਜ ਨੇ ਉਹਨੂੰ ਛੱਡਣ ਦਾ ਵਿਚਾਰ ਬਣਾਇਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਕਿਉਂ ਅੱਗੇ ਵੀ ਬੇਅੰਤ ਸੰਗਤਾਂ ਨੂੰ ਤਾਰਨਾ ਜੀ। ਅੱਗੇ ਵੀ ਬਹੁਤ ਸਾਰੇ ਬੈਠੇ ਨੇ ਜਿਨ੍ਹਾਂ ਨੂੰ ਤਾਰਨਾ। ਅੱਗੇ ਕਈ ਕੁਛ ਹੋਣਾ ਜੀ ਇਤਿਹਾਸ ਵਿੱਚ। ਸੋ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਨੇ ਕਾਂਗੜਪੁਰ ਨੂੰ ਤਿਆਗਣ ਦਾ ਉੱਥੋਂ ਚੱਲਣ ਦਾ ਵਿਚਾਰ ਬਣਾਇਆ। ਜਿੰਨੇ ਸੂਰਮੇ ਸਿੰਘ ਬੱਚੇ ਸਨ ਸਾਰਿਆਂ ਨੂੰ ਆਖਿਆ ਭਾਈ ਤਿਆਰੀ ਕਰੋ। ਬਾਬਾ ਬਿਧੀ ਚੰਦ ਜੀ ਹੋਰ ਗੁਰੂ ਕੇ ਸਿੱਖ ਨਾਲ ਨੇ। ਹੁਣ ਇੱਥੋਂ ਪ੍ਰਸੰਗ ਆਰੰਭ ਹੋ ਰਿਹਾ। ਮਹਾਰਾਜ ਨੇ ਅੰਮ੍ਰਿਤ ਵੇਲੇ ਸਾਰੀ ਤਿਆਰੀ ਕੀਤੀ। ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਨਿਤਨੇਮ ਹੋਇਆ, ਸਭ ਕੁਝ ਹੋਇਆ। ਦੀਵਾਨ ਦੀ ਸੰਪੂਰਨਤਾਈ ਤੋਂ ਬਾਅਦ ਸੱਚੇ ਪਾਤਸ਼ਾਹ ਮਹਾਰਾਜ ਆਪ ਬੋਲ ਕੇ ਸ੍ਰੀ ਜਪਜੀ ਸਾਹਿਬ ਤੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਸੀਗੇ ਜੀ। ਗੱਜ ਕੇ ਆਖੋ ਵਾਹਿਗੁਰੂ। ਜਪਜੀ ਸਾਹਿਬ ਜੀ ਤੋਂ ਬਗੈਰ ਗੁਰਮੁਖੋ ਆਪਾਂ ਸਿੱਖ ਨਹੀਂ ਬਣ ਸਕਦੇ ਜੀ। ਜਿਹਨੇ ਸਿੱਖ ਬਣਨਾ ਲਈ ਜੀ ਉਹਦੇ ਵਾਸਤੇ ਜਪਜੀ ਸਾਹਿਬ ਬਹੁਤ ਜ਼ਰੂਰੀ ਹੈ। ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹਨ ਤੋਂ ਬਗੈਰ ਕੋਈ ਵੀ ਬੰਦਾ ਸਿੱਖ ਨਹੀਂ ਬਣ ਸਕਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਹਰ ਇੱਕ ਸਿੱਖ ਵਾਸਤੇ ਜਪਜੀ ਸਾਹਿਬ ਕਰਨਾ ਆਉਣਾ ਚਾਹੀਦਾ ਜੀ। ਤੇ ਇਕੱਲਾ ਕਰਨਾ ਹੀ ਨਹੀਂ ਆਉਣਾ ਚਾਹੀਦਾ। ਜਪਜੀ ਸਾਹਿਬ ਗੁਰਬਾਣੀ ਜ਼ੁਬਾਨੀ ਕੰਠ ਵੀ ਹੋਣਾ ਚਾਹੀਦਾ ਜੀ ਹਰ ਇੱਕ ਸਿੱਖ ਨੂੰ ਜੀ। ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਤੇ ਜ਼ੁਬਾਨੀ ਆਵੇ ਜੀ। ਆਪਾਂ ਗੁਰੂ ਕੇ ਸਿੱਖ ਹਾਂ। ਹਾਂਜੀ, ਆਪ ਜਪਜੀ ਸਾਹਿਬ ਦਾ ਪਾਠ ਬੋਲ ਕੇ ਕੀਤਾ ਜੀ। ਫਿਰ ਇਸ ਜਗਤ ਵਿੱਚ ਬੜਾ ਮਹਾਨ ਪ੍ਰਤਾਪ ਰੱਖਣ ਵਾਲੀ, ਖਾਸ ਕਰਕੇ ਇਸ ਕਲਯੁਗ ਦੇ ਵਿੱਚ ਜਿਸ ਬਾਣੀ ਦਾ ਬੜਾ ਹੀ ਪ੍ਰਤਾਪ ਹੈ,
ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸੱਚੇ ਪਾਤਸ਼ਾਹ ਨੇ ਆਪ ਬੋਲ ਕੇ ਪਾਠ ਉਹਦਾ ਕੀਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰਮੁਖੋ ਜਦੋਂ ਮਹਾਰਾਜ ਆਪ ਬੋਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋਣਗੇ ਕੈਸਾ ਸਮਾਂ ਬਣਦਾ ਹੋਏਗਾ ਜੀ ਉਹ ਜੀ। ਹਾਂਜੀ, ਕੋਈ ਅਭਿਆਸੀ ਸਿੱਖ ਰੱਬ ਦੀ ਮਿਹਰ ਵਾਲਾ ਉਹ ਬੈਠ ਕੇ ਕਿਤੇ ਪਾਠ ਕਰ ਰਿਹਾ ਹੋਵੇ ਨਾ ਜੀ ਤੇ ਸੁਣਨ ਵਾਲਿਆਂ ਦੇ ਮਨ ਠੰਡੇ ਹੋ ਜਾਂਦੇ ਜੀ। ਅਭਿਆਸੀ ਸਿੱਖ ਰੱਬ ਦੀ ਮਿਹਰ ਵਾਲਾ ਹੋਵੇ ਜੀ। ਹਾਂਜੀ, ਤੇ ਜਿੱਥੇ ਮਹਾਰਾਜ ਆਪ ਹੀ ਗੁਰਬਾਣੀ ਦਾ ਪਾਠ ਕਰ ਰਹੇ ਹੋਣਗੇ ਉੱਥੇ ਕੈਸਾ ਸਮਾਂ ਬਣਦਾ ਹੋਏਗਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਜਿੱਥੋਂ ਤੱਕ ਗੁਰਬਾਣੀ ਦੀ ਆਵਾਜ਼ ਜਾਂਦੀ ਹੈ ਉੱਥੋਂ ਤੱਕ ਦਾ ਮਾਹੌਲ ਪਵਿੱਤਰ ਹੋ ਜਾਂਦਾ ਜੀ ਸਾਰਾ ਜੀ। ਜਦੋਂ ਮਹਾਰਾਜ ਆਪ ਗੁਰਬਾਣੀ ਪੜ੍ਹਦੇ ਹੋਣਗੇ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਤ੍ਰਿਸ਼ਟਾਇਆ। ਇਹ ਸਾਰਾ ਪਾਠ ਸੱਚੇ ਪਾਤਸ਼ਾਹ ਨੇ ਆਪ ਕੀਤਾ। ਹਜੂਰ ਸੱਚੇ ਪਾਤਸ਼ਾਹ ਨੇ ਇਹਦੇ ਤੋਂ ਬਾਅਦ ਕਾਂਗੜਪੁਰ ਤੋਂ ਚੱਲਣ ਦੀ ਤਿਆਰੀ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਰਾਏ ਜੋਧ ਬੇਨਤੀ ਕਰਕੇ ਸੱਚੇ ਪਾਤਸ਼ਾਹ ਨੂੰ ਕਾਂਗੜਪੁਰ ਲੈ ਕੇ ਆਇਆ ਸੀਗਾ ਜੀ। ਤੁਸੀਂ ਕਥਾ ਪਿਛਲੀ ਸੁਣੀ ਹੈ। ਰਾਏ ਜੋਧ ਬੇਨਤੀ ਕਰਕੇ ਕਾਂਗੜਪੁਰ ਸੱਚੇ ਪਾਤਸ਼ਾਹ ਨੂੰ ਲੈ ਕੇ ਆਇਆ ਸੀ ਬਸ ਮਹਾਰਾਜ ਇੱਧਰ ਨੂੰ ਚੱਲੋ। ਹਾਂਜੀ, ਮਹਾਰਾਜ ਤੇ ਪਹਿਲਾਂ ਭਾਈ ਰੂਪੇ ਨਗਰ ਵਿੱਚ ਸਨ, ਹੁਣ ਭਾਈ ਰੂਪਾ ਜੀ ਵੀ ਉੱਥੇ ਆਏ, ਭਾਈ ਸਾਧੂ ਜੀ ਵੀ ਆਏ, ਰਾਏ ਜੋਧ ਵੀ ਹੈ। ਹੁਣ ਮਹਾਰਾਜ ਇਸ ਨਗਰ ਤੋਂ ਚੱਲੇ ਨੇ। ਅੱਜ ਦਾ ਇਹ ਪ੍ਰਸੰਗ ਹੈ, ਬੜੇ ਪਿਆਰ ਦੇ ਨਾਲ ਸੁਰਤੀਆਂ ਬਿਰਤੀਆਂ ਇਕਾਗਰ ਕਰੋ ਜੀ। ਦੋਵੇਂ ਹੱਥ ਜੋੜੋ ਤੇ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਫੇਰ ਗੱਜ ਕੇ ਆਖੋ ਜੀ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਧੂ ਰੂਪ ਚੰਦ ਕਰ ਬੰਧਨ ਹਟੇ ਗੁਰੂ ਕੀ ਆਯੁਸ ਪਾਏ। ਸੱਚੇ ਪਾਤਸ਼ਾਹ ਮਹਾਰਾਜ ਘੋੜੇ ਤੇ ਸੱਜ ਗਏ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਜਾਨ ਭਾਈ ਘੋੜੇ ਤੇ ਸੱਜ ਗਏ ਤੇ ਮਹਾਰਾਜ ਨੇ ਬਟਸ ਸ਼ਸਤਰ ਪੂਰੇ ਸਜਾਏ ਜੀ। ਸੰਗਤਾਂ ਬੜੇ ਬੈਰਾਗ ਵਿੱਚ ਆ ਗਈਆਂ ਜੀ। ਮਹਾਰਾਜ ਤੁਸੀਂ ਇਸ ਇਲਾਕੇ ਚੋਂ ਚਲੇ ਜਾਓਗੇ। ਹਾਂਜੀ, ਭਾਈ ਸਾਧੂ ਜੀ ਤੇ ਭਾਈ ਰੂਪਾ ਜੀ ਦੋਵੇਂ ਪਿਓ ਪੁੱਤ ਇਲਾਕੇ ਦੇ ਮੰਨੇ ਪਰਮੰਨੇ। ਇਹਨਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਨਾਲ ਲੈ ਕੇ ਚੱਲੋ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਹੀਂ, ਬਹੁਤ ਕਾਰਜ ਕਰਨੇ ਨੇ, ਤੁਸੀਂ ਲੰਗਰ ਚਲਾਓ ਭਾਈ। ਅਸੀਂ ਤੁਹਾਡੀ ਕੁੱਲ ਵਿੱਚ ਆਵਾਂਗੇ, ਗਾਂ 10ਵੇਂ ਜਾਮੇ ਵਿੱਚ ਅਸੀਂ ਤੁਹਾਡੇ ਕੋਲ ਆਵਾਂਗੇ। ਕਹਿਣ ਲੱਗੇ ਤੁਹਾਡੇ ਕੁੱਲ ਪਰਿਵਾਰ ਉਦੋਂ ਹੋਏਗਾ। ਭਾਈ ਸਾਧੂ ਤੇ ਰੂਪੇ ਨੇ ਮਹਾਰਾਜ ਨੂੰ ਨਮਸਕਾਰ ਕੀਤੀ, ਉਹ ਇੱਕ ਪਾਸੇ ਹੋ ਗਏ ਜੀ। ਹਾਂਜੀ, ਜਿਨ ਕੈ ਹਿਰਦੈ ਬਸੇ ਪ੍ਰਭ ਨਿਸ ਦਿਨ ਕਿਆ ਮਹਿਮਾ ਤਿਨ ਕਹੋ ਬਨਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਭਾਈ ਸਾਧੂ ਤੇ ਭਾਈ ਰੂਪਾ ਜੀ ਦੀ ਮਹਿਮਾ ਨਹੀਂ ਕਹੀ ਜਾ ਸਕਦੀ ਜੀ। ਇਹਨਾਂ ਦੇ ਹਿਰਦੇ ਵਿੱਚ ਧੰਨ ਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਸ ਚੁੱਕੇ ਸਨ ਜੀ। ਹਾਂਜੀ, ਬਿਸ਼ਰਤ ਲੋਚਣ ਤੇ ਜਲ ਢਰਕਿਓ ਨੀਠ ਨੀਠ ਪਾਸ਼ੇ ਪਰ ਪਾਏ। ਗੁਰਮੁਖੋ ਭਾਈ ਸਾਧੂ ਜੀ ਭਾਈ ਰੂਪਾ ਜੀ ਕਾਂਗੜਪੁਰ ਦੀਆਂ ਸੰਗਤਾਂ ਸਮੇਤ ਰਾਏ ਜੋਧ ਸਾਰੀਆਂ ਸੰਗਤਾਂ ਦੇ ਨੇਤਰਾਂ ਵਿੱਚ ਜਲ ਸੀਗਾ ਜੀ, ਅੱਖਾਂ ਵਿੱਚ ਪਾਣੀ ਸੀ। ਕਿਉਂ? ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੀ ਪੂਰੀ ਵਿੱਚੋਂ ਚਲੇ ਚੱਲੇ। ਗੱਜ ਕੇ ਆਖੋ ਵਾਹਿਗੁਰੂ। ਸਰੀਰ ਕਰਕੇ ਜਾ ਰਹੇ ਸਨ। ਰਹਿਮਤਾਂ ਤੇ ਬੜੀਆਂ ਕੀਤੀਆਂ ਮਹਾਰਾਜ ਨੇ ਇਸ ਪੁਰੀ ਤੇ ਜੀ। ਕਾਂਗੜਪੁਰ ਹੋ ਗਿਆ, ਭਾਈ ਰੂਪਾ ਹੋ ਗਿਆ, ਗੁਰੂਸਰ ਮਹਾਰਾਜ ਵਾਲਾ ਇਲਾਕਾ ਹੋ ਗਿਆ ਜੀ। ਪਰ ਸੰਗਤਾਂ ਬੜਾ ਬੈਰਾਗ ਕਰਨ ਦਈਆਂ, ਨਾ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਦੇ ਨੇਤਰਾਂ ਵਿੱਚ ਜਲ ਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਗੁਰਮੁਖੋ ਇਸ ਗੱਲ ਦੀ ਕਥਾ ਕਰ ਲੈਣੀ ਸੌਖੀ ਹੈਗੀ ਜੀ ਬਸ ਜੀ। ਜਿਸ ਪਿਆਰ ਵਿੱਚ ਉਹ ਗੁਰੂ ਕੇ ਸਿੱਖ ਨੇ, ਇਹ ਤੇ ਉਹ ਸਿੱਖ ਹੀ ਜਾਣਦੇ ਜੀ ਵੀ ਕਿੰਨਾ ਪਿਆਰ ਜੀ ਉਹਨਾਂ ਦਾ। ਹਾਂਜੀ, ਸਾਰਿਆਂ ਦੇ ਨੇਤਰਾਂ ਵਿੱਚ ਜਲ ਹੈ।
ਸਾਰੇ ਸਿੱਖ ਬੈਰਾਗ ਕਰਨ ਲੱਗ ਪਏ ਜੀ। ਹਾਂਜੀ। ਅਪਰ ਲੋਕ ਭੀ ਦੇ ਕਰ ਧੀਰਜ, ਕਰੇ ਹਟਾਵਣ ਤਬ ਸਮੁਦਾਏ। ਹੋਰ ਜਿੰਨੀਆਂ ਵੀ ਸੰਗਤਾਂ ਸਨ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਭ ਨੂੰ ਧੀਰਜ ਦਿੱਤਾ। ਭਾਈ ਚਲੋ, ਕਹਿਣ ਲੱਗੇ ਤੁਸੀਂ ਹੁਣ ਇੱਥੋਂ ਹੀ ਵਾਪਸ ਮੁੜ ਜਾਓ। ਸੰਗਤਾਂ ਕਹਿਣ ਨਹੀਂ ਮਹਾਰਾਜ, ਅਸੀਂ ਤੁਹਾਡੇ ਨਾਲ ਹੀ ਜਾਣਾ ਜਿੱਥੋਂ ਤੱਕ ਤੁਸੀਂ ਜਾਣਾ। ਮਹਾਰਾਜ ਨੇ ਸਮਝਾਇਆ ਨਹੀਂ ਭਾਈ, ਤੁਸੀਂ ਇੱਥੋਂ ਹੀ ਵਾਪਸ ਮੁੜੋ। ਸੋ ਸਾਰੀਆਂ ਹੀ ਸੰਗਤਾਂ ਇੱਕ ਪਾਸੇ ਵਾਪਸ ਮੁੜ ਗਈਆਂ ਜੀ। ਹਾਂਜੀ। ਗਮਨੇ ਪੰਥ ਬਜਤ ਬੜ ਦੁੰਦਬ, ਚਮੂ ਚਲਤ ਨਭ ਧੂਲ ਉਡੰਤ। ਨਗਾਰੇ ਵੱਜ ਰਹੇ ਨੇ। ਧੰਨ ਗੁਰੂ ਛੇਵੇਂ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਨਾਲ ਤਕਰੀਬਨ 2000 ਸਿੱਖ ਹੋ ਗਿਆ ਸੀਗਾ ਜੀ। 2000 ਸਿੱਖਾਂ ਦੇ ਨਾਲ ਸੱਚੇ ਪਾਤਸ਼ਾਹ ਅੱਗੇ ਚੱਲ ਰਹੇ ਜੀ। ਹਾਂਜੀ। ਕਿਤਕ ਕੋਸ ਚਲ ਸ੍ਰੀ ਹਰਿ ਗੋਬਿੰਦ, ਡੇਰਾ ਕਰ ਨਿਸਕੀਨ ਬਿਰਤੰਤ। ਸੱਚੇ ਪਾਤਸ਼ਾਹ ਮਹਾਰਾਜ ਕੁਝ ਦੂਰੀ ਤੇ ਚੱਲਦੇ ਗਏ, ਉੱਥੇ ਡੇਰਾ ਕੀਤਾ। ਅਗਲੇ ਦਿਨ ਸ਼ਿਕਾਰ ਕੀਤਾ ਜੀ। ਫਿਰ ਉੱਥੋਂ ਸੱਚੇ ਪਾਤਸ਼ਾਹ ਤੁਰ ਪਏ ਜੀ। ਹਾਂਜੀ। ਗਮਨ ਹੈ ਇਮ ਸੁਖੇਣ ਸ੍ਰੀ ਸਤਗੁਰ, ਗੁਜਰਵਾਲ ਗ੍ਰਾਮ ਕੋ ਆਏ। ਇਹਦੇ ਤੋਂ ਬਾਅਦ ਹਜੂਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਜਰਵਾਲ ਪਿੰਡ ਵਿੱਚ ਆਏ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੱਕ ਰਾਤ ਕਿਤੇ ਪੜਾ ਕੀਤਾ ਜੀ। ਪੜਾ ਕਰਨ ਤੋਂ ਬਾਅਦ ਅਗਲੇ ਦਿਨ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਜਰਵਾਲ ਪਿੰਡ ਵਿੱਚ ਆਏ ਜੀ। ਗੁਜਰਵਾਲ ਪਿੰਡ ਵਿੱਚ। ਹਾਂਜੀ। ਸ਼ੁਭ ਸਥਾਨ ਪਿਖ ਸਿਵਰ ਕਰਿਓ ਤਹੈ, ਉਤਰੀ ਸੈਨਾ ਮਿਸਲ ਬਨਾਏ। ਹੁਣ ਇੱਕ ਅੱਧਾ ਬੰਦਾ ਹੋਵੇ ਤੇ ਗੱਲ ਹੀ ਕੋਈ ਨਹੀਂ ਜੀ। ਲਗਭਗ 2000 ਸਿੱਖ ਸਮੇਤ ਹਥਿਆਰਾਂ ਦੇ ਮਹਾਰਾਜ ਜੀ ਦੇ ਨਾਲ ਸੀਗਾ ਜੀ। ਹਾਂਜੀ। ਖੁੱਲੀ ਥਾਂ ਵੇਖੀ ਗੁਜਰਵਾਲ ਇਲਾਕੇ ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇੱਕ ਥਾਂ ਤੇ ਡੇਰਾ ਕੀਤਾ ਜੀ। ਫੌਜਾਂ ਨੇ ਵੀ ਪੜਾ ਲਾ ਲਏ ਜੀ ਇੱਕ ਪਾਸੇ। ਹਾਂਜੀ। ਸ੍ਰੀ ਹਰਿ ਗੋਬਿੰਦ ਫਰਸ਼ ਕਰਾਇਵ, ਬੈਠ ਗਏ ਜੁਤ ਨਰ ਸਮੁਦਾਏ। ਤੇ ਗੁਰਮੁਖੋ ਸੋਹਣਾ ਫਰਸ਼ ਲੱਗ ਗਿਆ, ਤੰਬੂ ਲੱਗ ਗਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸ ਥਾਂ ਤੇ ਛੱਡ ਗਏ ਜੀ। ਗੁਜਰਵਾਲ ਪਿੰਡ ਵਿੱਚ ਆ ਕੇ ਸੱਜੇ। ਹੁਣ ਇੰਨਾ ਲਾਮ ਲਸ਼ਕਰ ਜਿੱਥੇ ਆਇਆ ਹੋਵੇ, ਪਿੰਡ ਦੇ ਲੋਕਾਂ ਨੂੰ ਤੇ ਪਤਾ ਲੱਗ ਹੀ ਜਾਂਦਾ ਜੀ। ਹਾਂਜੀ। ਨਿਕਟ ਨਿਕਟ ਕੇ ਗ੍ਰਾਮ ਸੁਣੀ ਸੁਧ, ਲਏ ਪਾਇਨ ਕੋ ਦਰਸਾਏ। ਗੁਰੂ ਸਾਹਿਬ ਜੀ ਦੇ ਨਾਲ ਵੱਡੀ ਸੈਨਾ ਜੀ। ਹਾਂਜੀ। ਅਜੇ ਗੁਰਮੁਖੋ ਉਸ ਜ਼ਮਾਨੇ ਵਿੱਚ ਸੈਨਾ ਰੱਖਣਾ ਬੜਾ ਵੱਡਾ ਜੁਰਮ ਸੀਗਾ ਜੀ। ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਆਮ ਬੰਦਾ ਸੈਨਾ ਰੱਖ ਹੀ ਨਹੀਂ ਸਕਦਾ ਜੀ। ਹਾਂਜੀ। ਪਰ ਸੱਚੇ ਪਾਤਸ਼ਾਹ ਨੇ ਸੈਨਾ ਰੱਖ ਕੇ ਵਿਖਾਈ ਜੀ। ਆਮ ਬੰਦਾ ਕਲਗੀ ਨਹੀਂ ਲਾ ਸਕਦਾ ਜੀ। ਸਵਾਰ ਰਾਜਿਆਂ ਮਹਾਰਾਜਿਆਂ ਤੋਂ, ਬਾਦਸ਼ਾਹ ਤੋਂ ਮਹਾਰਾਜ ਨੇ ਕਲਗੀ ਵੀ ਲਾ ਕੇ ਵਿਖਾਈ ਜੀ ਉਹਨਾਂ ਨੂੰ। ਹਾਂਜੀ। ਸੈਨਾ ਵੀ ਰੱਖ ਕੇ ਵਿਖਾਈ। ਆਮ ਰਾਜਿਆਂ ਕੋਲ 1000 ਕੁ ਸੈਨਾ ਹੁੰਦੀ ਸੀ। ਸੱਚੇ ਪਾਤਸ਼ਾਹ 2-2000 ਸਿੱਖ ਨਾਲ ਲੈ ਕੇ ਜਾਂਦੇ ਹੁੰਦੇ ਸੀਗੇ ਜੀ। ਮਹਾਰਾਜ ਨੇ ਵਧੀਆ ਸੈਨਾ ਰੱਖੀ ਹੈ। ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਆਉਣ ਦੀ ਖਬਰ ਆਸੇ ਪਾਸੇ ਪਿੰਡਾਂ ਵਿੱਚ ਫੈਲ ਗਈ ਵੀ ਭਾਈ ਗੁਜਰਵਾਲ ਪਿੰਡ ਵਿੱਚ ਸਮਰੱਥ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਗੁਜਰਵਾਲ ਪਿੰਡ ਦੀ ਧਰਤੀ ਪਵਿੱਤਰ ਹੋ ਗਈ ਹੈ, ਜਿੱਥੇ ਸੱਚੇ ਪਾਤਸ਼ਾਹ ਨੇ ਡੇਰਾ ਲਾਇਆ ਆ ਕੇ। ਹਾਂਜੀ। ਸ਼੍ਰੀ ਗੰਗਾ ਘਰ ਮਹਿ ਭੀ ਪ੍ਰਾਪਤ, ਹਿਮ ਕਹਿ ਆਵਤ ਮੋਦ ਪਾਏ। ਤੇ ਨਾਲੇ ਆਸੇ ਪਾਸੇ ਪਿੰਡ ਵਾਲੇ ਤੇ ਗੁਜਰਵਾਲ ਪਿੰਡ ਦੀਆਂ ਸੰਗਤਾਂ ਵਿਚਾਰ ਕਰਨ ਲੱਗੀਆਂ, ਭਾਈ ਸਾਡੇ ਤੇ ਘਰ ਵਿੱਚ ਹੀ ਗੰਗਾ ਵਹਿਣ ਲੱਗ ਪਈ ਹੈ। ਗੱਜ ਕੇ ਆਖੋ ਵਾਹਿਗੁਰੂ। ਭਾਵ ਪਿਆਸਾ ਜਾਂ ਜਿਹਨੇ ਇਸ਼ਨਾਨ ਪਾਣੀ ਕਰਨਾ ਉੱਥੇ ਜਾਂਦੇ ਹੁੰਦੇ ਸੀਗੇ ਜੀ। ਹਾਂਜੀ। ਤੇ ਜੇ ਕਿਸੇ ਦੇ ਘਰ ਵਿੱਚ ਹੀ ਗੰਗਾ ਆ ਜਾਏ, ਉਹਨੂੰ ਤੇ ਮੌਜ ਹੀ ਲੱਗ ਜਾਂਦੀ ਨਾ ਜੀ। ਉਹ ਕਹਿਣ ਲੱਗੇ ਕਿੱਥੇ ਸਿੱਖ ਸੰਗਤਾਂ ਗੁਰੂ ਜੀ ਦੇ ਪਿੱਛੇ ਜਾ ਰਹੀਆਂ ਜੀ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਵੀ ਦਰਸ਼ਨ ਕਰੀਏ ਮਹਾਰਾਜ ਦੇ, ਤੇ ਕਿੱਥੇ ਸੱਚੇ ਪਾਤਸ਼ਾਹ ਸਾਡੇ ਪਿੰਡ ਵਿੱਚ ਹੀ ਆ ਗਏ ਨੇ। ਗੁਰਮੁਖੋ ਗੁਜਰਵਾਲ ਪਿੰਡ ਦੀਆਂ ਸੰਗਤਾਂ, ਆਸੇ ਪਾਸੇ ਪਿੰਡ ਦੀਆਂ ਸੰਗਤਾਂ ਉਹ ਕਹਿਣ ਲੱਗ ਪਈਆਂ ਵੀ ਸੱਚੇ ਪਾਤਸ਼ਾਹ ਮਹਾਰਾਜ ਸਾਡੇ ਇੱਥੇ ਆ ਗਏ
ਮਾਨੋ ਸਾਡੇ ਘਰ ਵਿੱਚ ਹੀ ਗੰਗਾ ਵਹਿਣ ਲੱਗ ਪਈ ਹੈ। ਹਾਂਜੀ ਕਿਤਕ ਹੋਤ ਸਿਖ ਨਵੇਂ ਦਰਸ ਕਰ, ਕਿਤਕ ਪ੍ਰਥਮ ਕੇ ਪਹੁੰਚੇ ਤੇ ਧਾਏ। ਗੁਰਮੁਖੋ ਫਿਰ ਸਿੱਖ ਆਉਣ ਲੱਗ ਪਏ ਜੀ। ਉੱਥੇ ਗੱਜ ਕੇ ਆਖੋ ਵਾਹਿਗੁਰੂ। ਪਿੰਡ ਦੀਆਂ ਸੰਗਤਾਂ ਆਈਆਂ, ਦੁੱਧ ਦਹੀਂ ਘਿਓ ਅਨਾਜ ਸਾਰਾ ਕੁਝ ਲੈ ਲੈ ਕੇ ਸੰਗਤਾਂ ਉੱਥੇ ਪਹੁੰਚ ਗਈਆਂ ਜੀ। ਜਿੱਥੇ ਸੱਚੇ ਪਾਤਸ਼ਾਹ ਸੱਜੇ ਨੇ ਨਾ ਜੀ ਗੁਰੂ ਹਰਗੋਬਿੰਦ ਸਾਹਿਬ, ਉੱਥੇ ਤੇ ਰੌਣਕਾਂ ਲੱਗ ਗਈਆਂ ਜੀ। ਦੂਰ ਦੂਰ ਤੋਂ ਸੰਗਤਾਂ ਗੁੱਜਰਵਾਲ ਪਿੰਡ ਵਿੱਚ ਆਉਣ ਲੱਗ ਪਈਆਂ। ਲੈਣਾ ਲੱਗ ਲੱਗ ਕੇ ਸੰਗਤਾਂ ਦਰਸ਼ਨ ਕਰਦੀਆਂ ਹੁੰਦੀਆਂ ਸਨ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ ਇਹ ਇਕੱਲਾ ਹੋਣੀ ਨਹੀਂ ਹਰਿਮੰਦਰ ਸਾਹਿਬ ਲਾਈਨ ਲੱਗਦੀ, ਸ਼ੁਰੂ ਤੋਂ ਹੀ ਗੁਰੂ ਘਰ ਵਿੱਚ ਲੱਗਦੀ ਰਹੀ ਜੀ। ਜਦੋਂ ਮਹਾਰਾਜ ਦੀਵਾਨ ਸਜਾਉਂਦੇ ਸਨ ਇੰਨੀਆਂ ਸੰਗਤਾਂ ਆਉਂਦੀਆਂ ਸਨ, ਲਾਈਨਾਂ 'ਚ ਲੱਗ ਲੱਗ ਮੱਥਾ ਟੇਕਦੀਆਂ ਸਨ ਜੀ। ਹਾਂਜੀ ਤੇ ਸੰਗਤਾਂ ਗੁੱਜਰਵਾਲ ਪਿੰਡ ਦੀਆਂ ਆਸੇ ਪਾਸੇ ਪਿੰਡਾਂ ਦੀਆਂ ਲਾਈਨਾਂ 'ਚ ਲੱਗ ਕੇ ਮਹਾਰਾਜ ਦੇ ਦਰਸ਼ਨ ਕਰਨ ਦਈਆਂ ਜੀ। ਹਾਂਜੀ ਤਹ ਕੋ ਰਾਹਕ ਵਧਿਓ ਹੁਤ ਬਹੁ, ਸੁਣੀ ਤਾਹੇ ਸੁਧ ਗੁਰ ਭਗਵਾਨ। ਤੇ ਗੁੱਜਰਵਾਲ ਪਿੰਡ ਵਿੱਚ ਹੀ ਇੱਕ ਕਿਸਾਨ ਸੀਗਾ ਜਿਹੜਾ ਬੜਾ ਅਮੀਰ ਸੀਗਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਵੀ ਆਪਣੇ ਨਾਲ ਬੰਦੇ ਰੱਖਦਾ ਹੁੰਦਾ ਸੀਗਾ ਜੀ ਚੇਚਾ ਜੀ। ਕਈਆਂ ਨੂੰ ਸ਼ੌਂਕ ਹੁੰਦਾ, ਆਦਤ ਹੁੰਦੀ ਹੈ। ਅੱਜ ਕੱਲ੍ਹ ਦੇ ਨੌਜਵਾਨ ਮੁੰਡਿਆਂ ਨੂੰ ਇਹ ਬਹੁਤ ਹੈਗੀ ਜੀ। ਜਿੱਥੇ ਜਾਣਾ 4-5 ਬੰਦੇ ਸਾਡੇ ਨਾਲ ਹੋਣ ਜੀ। ਹਾਂਜੀ 4-5 ਬੰਦਿਆਂ ਨੂੰ ਉਹ ਕਿਸਾਨ ਨਾਲ ਹੀ ਰੱਖਦਾ ਹੁੰਦਾ ਸੀਗਾ ਜੀ। ਤੇ ਕਦੀ ਕਦੀ ਸ਼ਿਕਾਰ ਖੇਡਣ ਵੀ ਜਾਂਦਾ ਹੁੰਦਾ ਸੀਗਾ ਜੀ ਉਹ ਜੀ। ਹਾਂਜੀ ਉਹ ਅਮੀਰ ਕਿਸਾਨ ਨੇ ਵੀ ਸੁਣਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਡੇ ਪਿੰਡ ਵਿੱਚ ਆਏ ਨੇ। ਹਾਂਜੀ ਡੇਰਾ ਕਰਿਓ ਆਣ ਕਰ ਬਾਹਰ, ਹਰ ਖਿਰਦੇ ਉਪਜਾਏ ਮਹਾਨ। ਸਾਡੇ ਪਿੰਡ ਦੇ ਬਾਹਰ ਖੁੱਲੀ ਥਾਂ ਤੇ ਗੁਰੂ ਛੇਵੇਂ ਪਾਤਸ਼ਾਹ ਆਏ ਨੇ, ਨਾਲ ਫੌਜਾਂ ਆਈਆਂ ਨੇ। ਉਹ ਕਿਸਾਨ ਸੁਣ ਕੇ ਬੜਾ ਖੁਸ਼ ਹੋਇਆ ਜੀ। ਹਾਂਜੀ ਪਿਛਲੇ ਪਹਿਰ ਦਿਵਸ ਕੇ ਆਇਓ ਹੋ, ਨਰਗਨ ਸੰਗ ਲਿਏ ਸਾਵਧਾਨ। ਉਹਨੇ ਗੁਰਮੁਖੋ ਇਹ ਸੁਣਿਆ ਵੀ ਗੁਰੂ ਸਾਹਿਬ ਪਿਛਲੇ ਪਹਿਰ ਆਏ ਨੇ। ਕਈ ਸੰਗਤਾਂ ਨੇ ਸੱਚੇ ਪਾਤਸ਼ਾਹ ਦੇ ਨਾਲ। ਹਾਂਜੀ ਅਦਕ ਪਾਇਨ ਅਰਪਣ ਕੇਤ ਹੈ, ਲਿਆਏ ਸਦਨ ਤੇ ਰੁਚ ਕੋ ਠਾਣ। ਤੇ ਸੰਗਤਾਂ ਬੜੀਆਂ ਹੀ ਵਸਤੂਆਂ ਲੈ ਕੇ ਛੇਵੇਂ ਪਾਤਸ਼ਾਹ ਕੋਲ ਜਾ ਰਹੀਆਂ। ਗੱਜ ਕੇ ਆਖੋ ਵਾਹਿਗੁਰੂ। ਹੁਣ ਧਿਆਨ ਨਾਲ ਅੱਗੋਂ ਪ੍ਰਸੰਗ ਸੁਣਿਓ। ਉਹ ਸੋਚ ਰਿਹਾ, ਉਹਨੇ ਸੁਣਿਆ ਵਾਹਿਗੁਰੂ ਵੀ ਸੰਗਤਾਂ ਬੜੇ ਪਦਾਰਥ ਲੈ ਕੇ ਛੇਵੇਂ ਪਾਤਸ਼ਾਹ ਦੇ ਕੋਲ ਜਾ ਰਹੀਆਂ ਨੇ। ਹਾਂਜੀ ਖੜਗ ਸਿਪਰ ਨਿਜ ਅੰਗ ਬੰਦ ਕਰ, ਬਾਜ ਹਾਥ ਪਰ ਲਿਓ ਬਿਠਾਏ। ਤੇ ਗੁਰਮੁਖੋ ਉਹ ਫਿਰ ਘੋੜੇ ਤੇ ਬੈਠਾ, ਕੁਝ ਬੰਦੇ ਸੱਦੇ, ਬਾਜ ਉਹਨੇ ਆਪਣੇ ਹੱਥ ਤੇ ਰੱਖ ਲਿਆ ਜੀ। ਹਾਂਜੀ ਗੁਰੂ ਛੇਵੇਂ ਪਾਤਸ਼ਾਹ ਵੀ ਬਾਜ ਰੱਖਦੇ ਹੁੰਦੇ ਸੀਗੇ, ਬਾਦਸ਼ਾਹ ਵੀ ਬਾਜ ਰੱਖਦਾ ਹੁੰਦਾ ਸੀ, ਤੇ ਕੁਝ ਅਮੀਰ ਬੰਦੇ ਵੀ ਬਾਜ ਰੱਖਦੇ ਹੁੰਦੇ ਸੀਗੇ ਜੀ। ਉਹਨੇ ਵੀ ਬਾਜ ਇਸ ਤਰ੍ਹਾਂ ਰੱਖ ਲਿਆ ਜੀ। ਸੋਚਿਆ ਅੱਜ ਸ਼ਿਕਾਰ ਤੇ ਜਾਣਾ ਤੇ ਰਸਤੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਾਂਗਾ। ਹਾਂਜੀ ਕੁਛ ਕੂਕਰ ਆਪਣੇ ਸੰਗ ਕਰਕੇ, ਬਿਰਤ ਖੇਰ ਸਮਾਜ ਬਣਾਏ। ਕੁਝ ਉਸ ਕਿਸਾਨ ਨੇ ਨਾਲ ਮਨੁੱਖ ਲਏ ਜੀ, ਤੇ ਕੁਝ ਨਾਲ ਬਿੱਲੀਆਂ ਕੁੱਤੇ ਲਏ ਜੀ। ਉਹਨੇ ਸ਼ਿਕਾਰ ਤੇ ਜਾਣ ਦਾ ਉਹਨੇ ਪ੍ਰੋਗਰਾਮ ਬਣਾਇਆ ਜੀ। ਹਾਂਜੀ ਗੁਰ ਕੋ ਮਿਲ ਪੁਨ ਚੱਲੇ ਵਹਿਰ ਕੋ, ਕਰਹਿ ਸ਼ਿਕਾਰ ਸਦਨ ਤਬ ਆਏ। ਤੇ ਮਨ ਵਿੱਚ ਵਿਚਾਰ ਬਣਾਈ ਵੀ ਸ਼ਿਕਾਰ ਕਰਨ ਤੋਂ ਪਹਿਲਾਂ ਅੱਜ ਗੁਰੂ ਜੀ ਦੇ ਦਰਸ਼ਨ ਕਰਾਂਗਾ, ਅੱਜ ਮਹਾਰਾਜ ਦੇ ਦਰਸ਼ਨ ਕਰਾਂਗਾ। ਸੁਣਿਆ ਸਾਡੇ ਪਿੰਡ ਵਿੱਚ ਆਏ ਨੇ ਤੇ ਚਲੋ ਦਰਸ਼ਨ ਕਰਾਂਗਾ। ਗੁਰਮੁਖੋ ਕਈ ਵਾਰੀ ਜਿਹੜੇ ਬਹੁਤੇ ਅਮੀਰ ਹੁੰਦੇ ਨਾ ਜੀ, ਫਿਰ ਉਹ ਪੂਰਾ ਟੌਰਟ ਪੱਕਾ ਕੱਢ ਕੇ ਗੁਰੂ ਕੋਲ ਜਾਂਦੇ ਜੀ। ਹਾਂਜੀ ਇਸ ਕੰਮ ਕਰਕੇ ਉਹ ਖਾਲੀ ਰਹਿ ਜਾਂਦੇ ਜੀ। ਗੁਰੂ ਕੋਲ ਟੌਰਟ ਪੱਕਾ ਕੱਢ ਕੇ ਨਹੀਂ ਆਉਣਾ, ਇੱਥੇ ਤੇ ਨਿਮਰਤਾ ਦੇ ਨਾਲ ਆਉਣਾ ਜੀ। ਹਾਂਜੀ ਇਹ ਕੰਮ ਵਾਸਤੇ ਕਈ ਵਾਰੀ ਗਰੀਬ ਸਿੱਖ ਨੇ ਜਿਹੜੇ ਬਾਹਰੀ ਤੌਰ ਤੇ ਜੀ, ਬਾਹਰੀ ਤੌਰ ਦੀ ਗੱਲ ਕਰਨੇ ਆ, ਉਹ ਖੁਸ਼ੀਆਂ ਜ਼ਿਆਦਾ ਪ੍ਰਾਪਤ ਕਰ ਲੈਂਦੇ ਜੀ। ਬੜੇ ਟੌਰਟ ਪੱਕੇ ਦੇ ਨਾਲ ਬਾਜ ਹੱਥ ਉੱਤੇ ਰੱਖਿਆ ਜੀ ਇਹਨੇ ਜੀ, ਤੇ ਗੁਰੂ ਸਾਹਿਬ ਦੇ ਕੋਲੇ ਕਿਸਾਨ ਆਇਆ ਜੀ। ਹਾਂਜੀ ਹਿਮ ਕੈ ਚੰਡ ਤੁਰੰਗ ਪਰ ਪਹੁੰਚਿਓ, ਕਿਤਕ ਸੌਰ ਸੰਗ ਦੁੱਤ ਪਾਏ। ਕਈ ਸਵਾਰ ਇਹਨੇ ਲਏ ਜੀ ਆਪਣੇ ਚਮਚੇ ਜੀ। ਹਾਂਜੀ
ਕਈ ਚਮਚੇ ਨਾਲ ਲਏ ਜੀ, ਤੇ ਬੜੀ ਟੌਰ ਨਾਲ ਘੋੜੇ ਤੇ ਚੜ ਕੇ ਇੱਥੇ ਬਾਜ ਰੱਖ ਕੇ ਗੁਰੂ 6ਵੇਂ ਪਾਤਸ਼ਾਹ ਜੀ ਦੇ ਕੋਲ ਆਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮੈਂ ਅੱਗੇ ਵੀ ਬੜੀ ਵਾਰੀ ਬੇਨਤੀ ਕਰਦਾ, ਗੁਰਮੁਖੋ ਗੁਰੂ ਘਰ ਚੜ ਕੇ ਨਹੀਂ ਆਈਦਾ ਜੀ। ਹਾਂਜੀ, ਇਹਦਾ ਭਾਵ ਇਹ ਆ ਵੀ ਮਾਣ ਦੇ ਨਾਲ ਨਹੀਂ ਆਉਣਾ, ਨਿਮਰਤਾ ਦੇ ਨਾਲ ਆਉਣਾ ਜੀ। ਨਿਮਰਤਾ ਨਾਲ ਆਉਣ ਵਾਲੇ ਸਿੱਖ ਬੜੀ ਵੱਡੀ ਵੱਡੀ ਪ੍ਰਾਪਤੀ ਕਰਦੇ ਜੀ। ਇਹ ਕਿਸਾਨ ਬਾਜ ਐ ਹੱਥ ਤੇ ਸਜਾਇਆ ਗੁਰੂ ਜੀ ਦੀ ਬਰੋਬਰਤਾ ਹੈ ਜੀ। ਤੁਸੀਂ ਬੜੀਆਂ ਤਸਵੀਰਾਂ ਵੇਖਿਓ 6ਵੇਂ ਪਾਤਸ਼ਾਹ ਦੀਆਂ, ਜਿੱਥੇ ਮਹਾਰਾਜ ਦੀ ਤਸਵੀਰ ਹੋਏਗੀ ਤਸਵੀਰ 'ਚ ਲਾਗੇ ਚਾਗੇ ਬਾਜ ਵੀ ਹੋਏਗਾ ਜੀ। ਵੇਖ ਲਿਓ ਜੀ। 10ਵੇਂ ਪਾਤਸ਼ਾਹ ਦੀ ਤਸਵੀਰ ਵੀ ਵੇਖ ਲਿਓ ਜੀ। ਇਹ ਬਾਜ ਲੈ ਕੇ ਤੇ ਨਾਲ ਕੁਝ ਬੰਦੇ ਲੈ ਕੇ ਉਸ ਥਾਂ ਤੇ ਆ ਗਿਆ ਜਿੱਥੇ ਜਗਤ ਦੇ ਮਾਲਕ ਖੁਦ ਰੱਬ ਪਰਮੇਸ਼ਰ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਜੇ ਸਨ। ਹਾਂਜੀ। ਗੁਰੂ ਸਿਵਰ ਕੈ ਨਿਕਟ ਉਤਰ ਕਰ, ਆਗੇ ਕਾਰਿਆ ਕੋਰ ਸਮੁਦਾਏ। ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਇਆ ਬੜੇ ਮਾਣ ਦੇ ਨਾਲ ਜੀ। ਇਸ ਤਰ੍ਹਾਂ ਬਾਜ ਰੱਖਿਆ ਜੀ ਤੇ ਤੁਰਦਾ ਆਵੇ ਜੀ ਸੱਚੇ ਪਾਤਸ਼ਾਹ ਵੱਲ। ਪਿੱਛੇ ਇਹਦੇ ਚਮਚੇ ਦੀ ਝੋਲੀ ਚੁੱਕ ਕੇ ਦੇ। ਹਾਂਜੀ। ਪਹੁੰਚ ਸਮੀਪ ਗਹੇ ਪਗ ਪੰਕਜ, ਬੰਧਨ ਕਰੇ ਸੀਸ ਕੋ ਨਿਆਏ। ਤੇ ਇਹਨੇ ਬੜੇ ਆਰਾਮ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੱਥਾ ਟੇਕਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਜੋ ਸਰਦਾ ਬਣਦਾ ਸੀ ਉਹ ਵੀ ਅੱਗੇ ਰੱਖਿਆ ਜੀ। ਇਹ ਵੀ ਚੰਗੀ ਗੱਲ ਹੈ। ਜੋ ਸਰਦਾ ਬਣਦਾ ਗੁਰੂ ਜੀ ਦੇ ਅੱਗੇ ਆ ਕੇ ਰੱਖਣਾ ਚੰਗੀ ਗੱਲ ਹੈ। ਗੁਰਮੁਖੋ ਹੁਣ ਵੇਖੋ, ਆਪਾਂ ਠੀਕ ਆ ਹੋਰ ਕੰਮ ਵੀ ਕਰਨੇ ਚਾਹੀਦੇ, ਪਰ ਸਾਰੀਆਂ ਗੱਲਾਂ ਦੇ ਪਿੱਛੇ ਆਪਾਂ ਮਰਜ਼ਾਦਾ ਨੂੰ ਨਹੀਂ ਖੰਡਨ ਕਰ ਸਕਦੇ ਜੀ। ਮੈਂ ਪਿੱਛੇ ਜੇ ਇੱਕ ਮੈਸੇਜ ਪੜ੍ਹਨਿਆ ਸਾਂ, ਉਹ ਕਹਿੰਦੇ ਵੀ ਗੋਲਕ 'ਚ ਪੈਸੇ ਪਾਉਣ ਤੋਂ ਚੰਗਾ ਗਰੀਬ ਨੂੰ ਦੇ ਦਿਓ। ਠੀਕ ਹੈ, ਚੰਗੀ ਗੱਲ ਹੈ, ਪਰ ਗੁਰਮੁਖੋ ਗੁਰੂ ਸਾਹਿਬ ਦੇ ਕੋਲ ਖਾਲੀ ਹੱਥ ਵੀ ਨਹੀਂ ਆਉਣਾ ਜੀ ਜੇ ਪ੍ਰਾਪਤੀ ਕਰਨੀ ਤੇ। ਹਾਂਜੀ, ਕੱਲਾ 10-20 ਰੁਪਏ ਗਰੀਬ ਨੂੰ ਦੇਣੇ ਨੇ। ਹਾਂਜੀ, ਇਹ ਘਟੀਆ ਸੋਚ ਹੈਗੀ ਜੀ। ਸੱਚੇ ਪਾਤਸ਼ਾਹ ਜੀ ਦੇ ਕੋਲ ਆਉਣਾ, ਕੁਝ ਲੈ ਕੇ ਆਈਏ, ਮਹਾਰਾਜ ਜੀ ਦੇ ਅੱਗੇ ਰੱਖੀਏ। ਬੜੇ ਬੜੇ ਵੱਡੇ ਸਰਦਾਰ ਵੇਖੇ ਜੀ ਮੈਂ, ਉਹ ਜਦੋਂ ਆਉਂਦੇ ਖਾਲੀ ਹੱਥ ਹੀ ਆਉਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹਦਾ ਇਹ ਭਾਵ ਨਹੀਂ ਹੈਗਾ ਵੀ ਅਸੀਂ ਕਹਿੰਦੇ ਵੀ ਸਾਡੀ ਗੋਲਕ ਛੇਤੀ ਛੇਤੀ ਭਰ ਜੇ ਜੀ। ਹਾਂਜੀ, ਪਰ ਜਦੋਂ ਵੀ ਆਉਣਾ ਕੁਝ ਨਾ ਕੁਝ ਲੈ ਕੇ ਆਉਣਾ, ਸਤਿਕਾਰ ਨਾਲ ਆਉਣਾ ਜੀ। ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਰਹੇ, ਗੁਰੂ ਜੀ ਦਾ ਹੀ ਦਿੱਤਾ ਸਾਰਾ ਕੁਝ ਹੈ ਜੀ। ਹਾਂਜੀ, ਮੈਂ ਵੇਖੇ ਜੀ ਬੜੇ ਬੜੇ ਕਈ ਸਿਆਣੇ ਜੀ, ਕਹਿੰਦੇ ਕਹਾਉਂਦੇ ਚੰਗੀਆਂ ਭਲੀਆਂ ਨੌਕਰੀਆਂ ਜੀ ਉਹਨਾਂ ਦੀਆਂ, ਤੇ ਉਹ ਖਾਲੀ ਮੱਥਾ ਟੇਕਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਕਰੋ ਗਰੀਬ ਦੀ ਮਦਦ ਕਰੋ, ਕਰਨੀ ਚਾਹੀਦੀ ਹੈ ਗਰੀਬ ਦੀ ਮਦਦ ਕਰੋ, ਜਿੰਨੀ ਹੋ ਸਕਦੀ ਕਰੋ, ਪਰ ਇਹ ਵੀ ਮਰਜ਼ਾਦਾ ਹੈ। ਉਹਨੇ ਆ ਕੇ ਜੋ ਉਹਦਾ ਸਰਦਾ ਬਣਦਾ ਸੀ ਉਹਨੇ ਗੁਰੂ ਸਾਹਿਬ ਦੇ ਅੱਗੇ ਆ ਕੇ ਰੱਖਿਆ ਜੀ। ਹਾਂਜੀ। ਬੈਠਿਓ ਨਿਕਟ ਬਿਗਟ ਭਟ ਗੁਰ ਕੇ, ਦੇਖਤ ਭਇਓ ਸ਼ੇਰ ਸਮਤਾਏ। ਐ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਸੂਰਮਿਆਂ ਵਿੱਚ ਜਾ ਕੇ ਬਹਿ ਗਿਆ ਜੀ ਉਹ। ਹਾਂਜੀ, ਤੇ ਦਰਸ਼ਨ ਕਰਨ ਦਿਆ ਇਉਂ ਲੱਗਦਾ ਜਿਵੇਂ ਸੱਚੇ ਪਾਤਸ਼ਾਹ ਮਹਾਰਾਜ ਸ਼ੇਰ ਹੋਣ ਜੀ। ਹਾਂਜੀ, ਸ਼ੇਰ ਵਰਗਾ ਸਰੂਪ ਸੱਚੇ ਪਾਤਸ਼ਾਹ ਦਾ। ਮਹਾਰਾਜ ਆਸਣ ਤੇ ਬੈਠੇ, ਉਹ ਕਿਸਾਨ ਮਹਾਰਾਜ ਦੇ ਦਰਸ਼ਨ ਕਰਨ ਲੱਗ ਪਿਆ। ਹਾਂਜੀ। ਰਣ ਕੀ ਬਾਤ ਬੂਝ ਹਰ ਖਾਇਓ, ਵਿਧੀ ਚੰਦ ਸਭ ਕਹੇ ਸੁਨਾਏ। ਤੇ ਗੁਰਮੁਖੋ ਰਣ ਦੀਆਂ ਗੱਲਾਂ, ਜੁੱਧ ਜੰਗ ਦੀਆਂ ਗੱਲਾਂ ਕਰਨ ਲੱਗ ਪਿਆ, ਤੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰੇ ਦੀ ਉਹ ਬਾਬਾ ਬਿਧੀ ਚੰਦ ਜੀ ਦੇ ਨਾਲ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹੁਣ ਬੜੇ ਮਾਣ ਵਿੱਚ ਆਇਆ ਸੀਗਾ ਜੀ ਉਹ, ਬੜੇ ਮਾਣ ਵਿੱਚ ਆਇਆ। ਹਾਂਜੀ, ਤੇ ਕਈ ਬੰਦੇ ਨਾਲ ਲੈ ਕੇ ਆਇਆ ਸੀ। ਫਿਰ ਬਾਜ ਵੀ ਐ ਰੱਖਿਆ ਸੀ ਕਿ ਬਹਿ ਗਿਆ ਤਾਂ ਐ ਬਾਜ ਰੱਖ ਲਿਆ ਜੀ ਉਹਨੇ। ਹਾਂਜੀ, ਸੱਚੇ ਪਾਤਸ਼ਾਹ ਜਾਣ ਕੇ ਠੀਕ ਹੈ ਇਹ ਆਇਆ ਹੈ, ਇਹਨੇ ਆਮ ਸਿੱਖਾਂ ਦੀ ਤਰ੍ਹਾਂ ਨਮਸਕਾਰ ਵੀ ਕੀਤੀ ਹੈ, ਪਰ ਇਹਦੇ ਮਨ ਵਿੱਚ ਹੰਕਾਰ ਹੈ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੂੰ ਤੇ ਪਤਾ ਲੱਗ ਹੀ ਜਾਂਦਾ ਜੀ। ਆਉਂਦੇ ਆ ਹੀ ਜੰਗ ਜੁੱਧ ਦੀ ਗੱਲ ਸ਼ੁਰੂ ਕਰ ਦਿੱਤੀ ਜੀ ਉਹਨੇ। ਹਾਂਜੀ, ਮਹਾਰਾਜ ਜਾਣ ਕੇ ਇਹਦੇ ਮਨ ਅੰਦਰ ਹੰਕਾਰ ਹੈ, ਇਹ ਹੰਕਾਰ ਨਾਲ ਆਇਆ ਇੱਥੇ। ਹਾਂਜੀ। ਸ਼੍ਰੀ ਹਰਿ ਗੋਬਿੰਦ ਕੁਸ਼ਲ ਪ੍ਰਸ਼ਨ ਕਰ,
ਕਰ ਪਰ ਬਾਜ ਬਿਲੋਕਨ ਕੀਨ। ਤੇ ਸੱਚੇ ਪਾਤਸ਼ਾਹ ਨੇ ਚੋਜ ਰਚਿਆ ਜੀ ਇਹਦਾ ਜੀ। ਹਾਂਜੀ, ਇੱਕ ਚੋਜ ਰਚਿਆ। ਮਹਾਰਾਜ ਕਹਿਣ ਲੱਗੇ ਕੁਸ਼ਲ ਪ੍ਰਸੰਨ ਪੁੱਛੀ ਜੀ। ਕੁਸ਼ਲ ਪ੍ਰਸੰਨ ਪੁੱਛ ਕੇ ਮਹਾਰਾਜ ਕਹਿੰਦੇ ਕਿਸਾਨਾ ਆ ਜਿਹੜਾ ਬਾਜ ਤੂੰ ਆਪਣੇ ਹੱਥ ਤੇ ਰੱਖਿਆ ਇਹ ਬੜਾ ਵਧੀਆ ਲੱਗਦਾ। ਕਹਿਣ ਲੱਗੇ ਹਾਂਜੀ। ਬੂਝਤ ਭੈ ਕਹੋ ਇਹ ਕਸ ਹੈ ਗਹਿ ਬਿਹੰਗਮ ਕਿਮ ਬਲ ਪੀਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖਣ 'ਚ ਹੀ ਸੋਹਣਾ ਹੈਗਾ ਕਿ ਇਹਦੇ ਪੱਲੇ ਵੀ ਕੁਛ ਹੈਗਾ। ਕਹਿਣ ਲੱਗੇ ਇਹ ਬਾਜ ਸ਼ਿਕਾਰ ਕਰ ਸਕਦਾ ਕਿ ਨਹੀਂ ਕਰ ਸਕਦਾ, ਕਿੰਨੀ ਕੁੱਚੀ ਉਡਾਰੀ ਮਾਰਦਾ। ਕਹਿਣ ਲੱਗੇ ਮਹਾਰਾਜ ਕਹਿੰਦੇ ਦੱਸ ਹਾਂ ਖਾਨੂੰ। ਹਾਂਜੀ। ਸ਼ੀਸ਼ਤ ਕਰਿਓ ਕਿ ਨਹਿ ਅਬ ਲੋਹ ਕਿਤ ਤੇ ਆਏ ਕਿਦੋਂ ਮੁੱਲ ਲੀਨ। ਕਿੱਥੋਂ ਆਇਆ ਇਹ, ਕਿੰਨੇ ਦਾ ਆਇਆ, ਸਾਨੂੰ ਸਾਰੀ ਗੱਲ ਦੱਸ ਭਾਈ ਕਿਸਾਨਾ। ਹਾਂਜੀ। ਕਿਤਕ ਕਾਲ ਕੋ ਤੁਮ ਸਮੀਪ ਹੈ ਕਰਨ ਖੇਰ ਸ਼ੌਂਕ ਚਿਤ ਲੀਨ। ਤੇ ਗੁਰਮੁਖੋ ਗੁਰੂ ਸਾਹਿਬ ਨਾਲੇ ਕਹਿੰਦੇ ਕਿਸਾਨਾ ਤੂੰ ਵੀ ਆਪਣਾ ਨਾਮ ਦੱਸ। ਇਹ ਦੱਸ ਇਹ ਬਾਜ ਕਿੰਨੇ ਚਿਰ ਦਾ ਤੇਰੇ ਕੋਲ ਹੈ। ਗੱਜ ਕੇ ਆਖੋ ਵਾਹਿਗੁਰੂ। ਪਰਖ ਤੇ ਹੁਣੇ ਹੋ ਜਾਣੀ ਹੈਗੀ ਜੀ। ਇਉਂ ਗੁਰੂ ਸਾਹਿਬ ਨੂੰ ਤੇ ਪਤਾ ਹੀ ਹੈ, ਸਿੱਖਾਂ ਨੂੰ ਕਰਕੇ ਵਿਖਾਉਣਾ ਜੀ। ਗੱਜ ਕੇ ਆਖੋ ਵਾਹਿਗੁਰੂ। ਕਈ ਬੰਦੇ ਨਾ ਜੀ ਬੜੀਆਂ ਬੜੀਆਂ ਵੱਡੀਆਂ ਗੱਲਾਂ ਕਰਨਗੇ ਜੀ। ਅਸੀਂ ਇੰਜ ਕਰ ਦਿੰਨੇ ਜੀ, ਅਸੀਂ ਇੰਜ ਕਰ ਦਿੰਨੇ ਜੀ। ਉਹ ਸਾਨੂੰ ਵੀ ਕਹਿਣਗੇ ਦੱਸੋ ਹੁਕਮ ਕਰੋ ਜੀ। ਤੇ ਜੇ ਥੋੜੀ ਬਹੁਤੀ ਗੱਲ ਕਰ ਹੀ ਦਈਏ ਤੇ ਨਾਲੇ ਫੁੱਸ ਹੋ ਜਾਂਦੇ ਜੀ ਉਹ ਜੀ। ਕਹਿਣ ਦਾ ਭਾਵ ਵਿੱਚੋਂ ਕੱਖ ਵੀ ਨਹੀਂ ਨਿਕਲਦਾ ਜੀ ਉਹਨਾਂ ਦੇ, ਇੱਕਦਮ ਖਾਲੀ ਜੀ ਅੰਦਰੋਂ। ਮਹਾਰਾਜ ਨੂੰ ਪਤਾ ਸੀ ਵੀ ਇਹ ਖਾਲੀ ਹੈਗਾ ਅੰਦਰੋਂ, ਬਸ ਬਾਹਰੀ ਵਿਖਾਵਾ ਜੀ। ਮਹਾਰਾਜ ਕਹਿੰਦੇ ਨਾਲੇ ਆਪਣਾ ਨਾਮ ਦੱਸ, ਨਾਲੇ ਇਸ ਬਾਜ ਬਾਰੇ ਦੱਸ ਇਹ ਕਦੋਂ ਦਾ ਤੇਰੇ ਕੋਲ ਹੈ, ਕਿੰਨੀ ਵਾਰੀ ਸ਼ਿਕਾਰ ਕੀਤਾ ਤੂੰ ਇਹਦੇ ਨਾਲ। ਹਾਂਜੀ। ਨਾਮ ਫਤੂਹੀ ਰਾਹਕ ਕੋ ਤਹ ਕਹਿਤ ਭਇਓ ਸੁਣੀਐ ਮਹਾਰਾਜ। ਉਹ ਕਿਸਾਨ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ ਮਹਾਰਾਜ ਮੇਰਾ ਨਾਮ ਫਤੂਹੀ ਹੈ। ਮਹਾਰਾਜ ਆ ਜਿਹੜਾ ਬਾਜ ਹੈ ਬੜਾ ਕੀਮਤੀ ਹੈ। ਮਹਾਰਾਜ ਇਸ ਦੇਸ਼ ਦਾ ਨਹੀਂ ਹੈਗਾ, ਬਾਹਰੋਂ ਕਿਸੇ ਦੇਸ਼ ਤੋਂ ਮੈਂ ਲੈ ਕੇ ਆਂਦਾ। ਹਾਂਜੀ। ਦੂਰ ਦੇਸ਼ ਕੋ ਮੁਝ ਢਿਗ ਆਇਓ ਇਹੋ ਸੁੰਦਰ ਸ਼ੀਸ਼ਤ ਹੈ ਬਾਜ। ਮਹਾਰਾਜ ਸੱਚੇ ਪਾਤਸ਼ਾਹ ਇਹ ਬੜਾ ਸੋਹਣਾ ਬਾਜ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਇਹ ਬੜਾ ਸ਼ਿਕਾਰ ਕਰਦਾ। ਮਹਾਰਾਜ ਇਹਦੀ ਉਡਾਰੀ ਵੀ ਬੜੀ ਉੱਚੀ, ਮਹਾਰਾਜ ਇਹਦੀ ਨਿਗਾਹ ਵੀ ਬੜੀ ਤਿੱਖੀ। ਮਹਾਰਾਜ ਬੜੀ ਉੱਚੀ ਉਡਾਰੀ ਮਾਰਦਾ, ਇੱਕਦਮ ਚ ਸ਼ਿਕਾਰ ਨੂੰ ਫੜ ਲੈਂਦਾ। ਮਹਾਰਾਜ ਇਹਦਾ ਸ਼ਿਕਾਰ ਕਦੀ ਖਾਲੀ ਗਿਆ ਹੀ ਨਹੀਂ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਬੜੀਆਂ ਉਹਨੇ ਗੱਲਾਂ ਕੀਤੀਆਂ, ਬੜੀਆਂ ਹੀ ਇਹੋ ਜਿਹੀਆਂ ਗੱਲਾਂ ਕੀਤੀਆਂ ਜੀ। ਫਿਰ ਅੱਗੋਂ ਸੱਚੇ ਪਾਤਸ਼ਾਹ ਕਹਿਣ ਲੱਗੇ ਸੁਣਤ ਬਾਜ ਗੁਣ ਸਤਿਗੁਰ ਬੋਲੇ ਪਿਆਰੀ ਵਸਤ ਗੁਰੂ ਅਪਰੰਤ। ਤੇ ਉਹ ਕਹਿਣ ਲੱਗਾ ਮਹਾਰਾਜ ਮੈਨੂੰ ਬੜਾ ਇਹ ਪਿਆਰਾ ਲੱਗਦਾ। ਸੱਚੇ ਪਾਤਸ਼ਾਹ ਬਾਜ ਜਿਹੜਾ ਹੈ ਨਾ ਇਹਨੂੰ ਮੈਂ ਦਿਨ ਰਾਤ ਆਪਣੇ ਕੋਲ ਰੱਖਦਾ। ਹੁਣ ਗੁਰੂ ਸਾਹਿਬ ਨੇ ਕਸਵੱਟੀ ਲਾਈ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬੜੇ ਮਾਣ ਨਾਲ ਆਇਆ ਹੈਗਾ ਜੀ ਵੀ ਮੈਂ ਬੜਾ ਵੱਡਾ ਬੰਦਾ, ਮੇਰੇ ਪਿੱਛੇ ਕਈ ਜੀ ਬੜੇ ਠਾਠ ਬਾਠ ਨਾਲ ਆਇਆ। ਬਾਜ ਅੱਗੇ ਹੈ। ਮਹਾਰਾਜ ਕਹਿਣ ਲੱਗੇ ਅੱਛਾ ਬਾਜ ਤੈਨੂੰ ਬਹੁਤ ਚੰਗਾ ਲੱਗਦਾ। ਕਹਿਣ ਲੱਗਾ ਜੀ ਹਾਂ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਸਾਨੂੰ ਦੇ ਦੇ। ਫਿਰ ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇੱਥੇ ਕੰਮ ਢਿੱਲਾ ਪੈ ਜਾਣਾ ਜੀ ਉਹਦਾ। ਹਾਂਜੀ। ਤਿਸ ਕੋ ਫਲ ਅਤਸ਼ੈ ਹੋਏ ਪ੍ਰਾਪਤ ਜਾਂ ਤੇ ਹਮ ਕੋ ਦੇਹੋ ਸੁਹੰਤ। ਮਹਾਰਾਜ ਕਹਿਣ ਲੱਗੇ ਭਾਈ ਸਾਡੇ ਸਿੱਖ ਤੇ ਇਹੋ ਜਿਹੇ ਨੇ, ਇਹਨਾਂ ਨੂੰ ਆਪ ਜਿਹੜੀ ਵਸਤੂ ਪਿਆਰੀ ਲੱਗੇ ਸਾਨੂੰ ਦੇ ਦਿੰਦੇ। ਕਹਿਣ ਲੱਗੇ ਤੇ ਜਦੋਂ ਸਾਨੂੰ ਦਿੰਦੇ ਅਸੀਂ ਵੀ ਇਹਨਾਂ ਨੂੰ ਬੜੇ ਸੁੱਖ ਦਿੰਨੇ। ਕਹਿਣ ਲੱਗੇ ਗੁਰੂ ਘਰੋਂ ਉਹਨਾਂ ਨੂੰ ਸੁੱਖ ਮਿਲਦਾ। ਜੇ ਤੈਨੂੰ ਬਾਜ ਬੜਾ ਹੀ ਪਿਆਰਾ ਕਹਿਣ ਲੱਗੇ ਤੇ ਆ ਬਾਜ ਸਾਨੂੰ ਦੇ ਦੇ। ਕਹਿਣ ਲੱਗੇ ਤੈਨੂੰ ਸੁੱਖ ਦੇ ਦਿਆਂਗੇ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਨੇ ਤੇ ਕਸਵੱਟੀ ਲਾਈ ਜੀ ਇੱਕ ਜੀ। ਹਾਂਜੀ। ਕਰਹਿ ਅਖੇਰ ਸੰਗ ਅਬ ਇਸਕੇ ਹੇਰਹਿ ਗੁਣਾ ਜੇਤ ਕਬਰਨੰਤ। ਬਾਕੀ ਜਿੰਨੇ ਤੂੰ ਗੁਣ ਦੱਸੇ ਨੇ ਇਹਨੂੰ ਲੈ ਕੇ ਜਾਵਾਂਗੇ ਸ਼ਿਕਾਰ ਤੇ ਵੇਖ ਲਵਾਂਗੇ ਤੇ ਤੂੰ ਇਹ ਬਾਜ ਸਾਨੂੰ ਦੇ ਦੇ। ਕਹਿਣ ਲੱਗੇ ਹਾਂਜੀ। ਕਿਮ ਚਪਟਤ ਹੈ ਬੜੇ ਬਿਹੰਗਮ ਕਿਮ ਕਰ ਬੇਗ ਉਡਤ ਪਰ ਕੰਤ। ਤੇ ਸੱਚੇ ਪਾਤਸ਼ਾਹ ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ, ਮਹਾਰਾਜ ਕਹਿੰਦੇ ਵੇਖਾਂਗੇ ਕਿਵੇਂ ਉੱਡਦਾ, ਕਿਵੇਂ ਝਪਟਦਾ,
ਕਿਵੇਂ ਇਹ ਸ਼ਿਕਾਰ ਕਰਦਾ, ਉਹ ਸਾਰੀਆਂ ਹੀ ਗੱਲਾਂ ਵੇਖਾਂਗੇ ਮਹਾਰਾਜ ਕਹਿੰਦੇ। ਹਾਂਜੀ। ਸੁਣਤ ਫਤੂਹੀ ਅਰਜ ਗੁਜਾਰੀ, ਸ਼੍ਰੀ ਪ੍ਰਭ ਮੁਝ ਤੇ ਦਿਓ ਨਾ ਜਾਏ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਸ ਉਹ ਜਿਹੜਾ ਬੜੇ ਮਾਣ ਨਾਲ ਆਇਆ ਸੀ ਨਾ ਜੀ, ਬੜੇ ਹੰਕਾਰ ਦੇ ਨਾਲ ਆਇਆ ਸੀਗਾ, ਤੇ ਐ ਬਾਜ ਅੱਗੇ ਰੱਖ ਕੇ ਆਉਂਦਿਆ ਸੀ ਵੀ ਮੈਂ ਬਹੁਤ ਅਮੀਰ ਆ। ਜਦੋਂ ਮਹਾਰਾਜ ਨੇ ਇੱਕ ਬਾਜ ਹੀ ਮੰਗਿਆ, ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਇਹ ਬਾਜ ਨਹੀਂ ਮੈਂ ਦੇ ਸਕਦਾ ਤੁਹਾਨੂੰ ਜੀ। ਗੱਜ ਕੇ ਆਖੋ ਵਾਹਿਗੁਰੂ। ਸਾਧ ਸੰਗਤ ਜੀ, ਕਿੱਥੇ ਗੁਰੂ ਹਰਗੋਬਿੰਦ ਸਾਹਿਬ ਸਾਈਂ ਮੀਆਂ ਮੀਰ ਜੀ ਕਹਿੰਦੇ ਵੀ ਰੱਬ ਦੀ ਦਰਗਾਹ ਦੇ ਮਾਲਕ ਨੇ ਜੀਏ। ਉਹ ਕਹਿੰਦੇ ਨੇ ਸਾਨੂੰ ਜੋ ਕੁਝ ਪ੍ਰਾਪਤ ਹੋਇਆ ਉਹ ਇਹਨਾਂ ਦੇ ਕੋਲੋਂ ਪ੍ਰਾਪਤ ਹੋਇਆ। ਸਾਈਂ ਮੀਆਂ ਮੀਰ ਜੀ, ਗੁਰੂ ਹਰਗੋਬਿੰਦ ਸਾਹਿਬ ਨੂੰ ਬਾਜਾਂ ਦੀ ਘਾਟ ਹੈ ਜੀ ਕਿਤੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਹਾਂਜੀ, ਉਹਨਾਂ ਕੋਲ ਬਾਜ ਨਹੀਂ ਹੈਗੇ ਜੀ, ਮਹਾਰਾਜ ਤੇ ਪਰਖਣ ਦਏ ਸੀਗੇ ਜੀ। ਉਹ ਜਿੰਨੀ ਅਮੀਰੀ ਸੀ ਨਾ ਜੀ, ਸਭ ਉੱਥੇ ਹੀ ਖਤਮ ਹੋ ਗਈ ਜੀ ਉਹਦੀ, ਸਭ ਉੱਥੇ ਹੀ ਜੀ। ਕਹਿਣ ਲੱਗਾ ਮਹਾਰਾਜ ਮੈਂ ਇਹ ਬਾਜ ਨਹੀਂ ਦੇ ਸਕਦਾ ਤੁਹਾਨੂੰ। ਹਾਂਜੀ। ਅਦਕ ਪ੍ਰੇਮ ਹੈ ਸਮੈ ਮਨ ਕੋ, ਕਿਉਂ? ਮੈਂ ਇਹਦੇ ਨਾਲ ਬੜਾ ਹੀ ਪਿਆਰ ਕਰਦਾ ਸੱਚੇ ਪਾਤਸ਼ਾਹ। ਹਾਂਜੀ। ਨਹਿ ਨਿਆਰੋ ਮੈਂ ਕਰੂੰ ਕਦਾਏ, ਤੇ ਮੈਂ ਤੈਨੂੰ ਵੱਖਰਾ ਹੀ ਨਹੀਂ ਕਰ ਸਕਦਾ ਆਪਣੇ ਤੋਂ। ਹਾਂਜੀ। ਦੇਸ਼ ਬਦੇਸ਼ਨ ਸਗਰੀ ਦਿਸ਼ ਤੇ, ਤੁਮ ਕੋ ਵਸਤ ਚਲੀ ਗਣ ਆਏ। ਬੰਦੇ ਦੀਆਂ ਚਲਾਕੀਆਂ ਅੱਗੋਂ ਬੜੀਆਂ ਹੁੰਦੀਆਂ ਜੀ। ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਦੇਸ਼ਾਂ ਵਿਦੇਸ਼ਾਂ ਤੋਂ ਵਸਤੂਆਂ ਆਉਂਦੀਆਂ, ਤੁਹਾਡੇ ਕੋਲ ਕਿਸੇ ਗੱਲ ਦੀ ਕਮੀ ਹੈ? ਹਾਂਜੀ। ਮੁਝ ਢਿਗ ਤੋ ਇੱਕ ਇਹੀ ਬਾਜ ਤੇ ਹੈ, ਤੁਹਾਡੇ ਕੋਲ ਤੇ ਕਈ ਚੀਜ਼ਾਂ, ਮੇਰੇ ਕੋਲ ਤੇ ਇੱਕੋ ਹੀ ਬਾਜ ਹੈਗਾ। ਗੱਜ ਕੇ ਆਖੋ ਵਾਹਿਗੁਰੂ। ਔਰ ਹੋ ਗਿਆ ਨਾ ਉਸ ਵੇਲੇ ਪੱਧਰਾ ਜੀ, ਬੜੇ ਹੰਕਾਰ ਨਾਲ ਆਇਆ ਸੀ, ਬੜੇ ਹੰਕਾਰ ਨਾਲ ਆਇਆ ਸੀ ਵੀ ਮੈਂ ਬਹੁਤ ਵੱਡਾ ਬੰਦਾ। ਇੱਕ ਬਾਜ ਹੀ ਮੰਗਿਆ ਤੇ ਸ਼ਰਮਿੰਦਾ ਹੋਣਾ ਪੈ ਗਿਆ ਜੀ ਉਹਨੂੰ ਜੀ। ਹੈ ਉਸੇ ਵੇਲੇ ਮਹਿਸੂਸ ਹੋ ਗਿਆ ਵੀ ਵਾਕਈ ਮੈਂ ਨੀਵਾਂ ਜੀ, ਨਾ ਕਰ ਦਿੱਤੀ ਜੀ। ਇੱਕ ਵਾਰੀ ਨਿੰਮੋ ਝੂਣਾ ਹੋ ਗਿਆ, ਮਹਾਰਾਜ ਤੁਹਾਡੇ ਕੋਲ ਕਈ ਵਸਤੂਆਂ, ਮੇਰੇ ਕੋਲ ਤੇ ਬਾਜ ਹੀ ਹੈ ਬਸ। ਹਾਂਜੀ। ਪ੍ਰੇਮ ਮਨ ਕੋ ਮੈਂ ਰੱਖੋ ਬਣਾਏ, ਤੇ ਮਹਾਰਾਜ ਮੇਰੇ ਕੋਲੋਂ ਨਹੀਂ ਇਹ ਦਿੱਤਾ ਜਾਣਾ ਸੱਚੇ ਪਾਤਸ਼ਾਹ। ਹਾਂਜੀ। ਸ੍ਰੀ ਗੁਰ ਲਖੀ ਕਿਰਪਨ ਇਹ ਮਨ ਕੋ, ਕਰਿਓ ਬਚਨ ਤਿਸ ਕੋ ਤਤਕਾਲ। ਤੇ ਸੱਚੇ ਪਾਤਸ਼ਾਹ ਮਹਾਰਾਜ ਜਾਣਗੇ ਇਹ ਜਿਹੜਾ ਗੱਲਾਂ ਹੀ ਕਰਨ ਵਾਲਾ ਹੈਗਾ ਇਹਦੇ ਪੱਲੇ ਕੱਖ ਨਹੀਂ ਹੈਗਾ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਇਹ ਤੇ ਕੰਜੂਸ ਹੈਗਾ। ਕਹਿਣ ਲੱਗੇ ਇੱਕ ਬਾਜ ਨਹੀਂ ਦੇ ਸਕਿਆ। ਗੱਜ ਕੇ ਆਖੋ ਵਾਹਿਗੁਰੂ। ਇਸੇ ਤਰ੍ਹਾਂ ਦਾ ਨਾ ਜੀ ਇੱਕ ਹੋਰ ਪ੍ਰਸੰਗ ਮੈਂ ਗੁਰਮੁਖਾਂ ਕੋਲੋਂ ਸੁਣ ਰਿਹਾ ਸਾਂ ਜੀ। ਇਹ ਤੇ ਨਿਕਲਿਆ ਕੰਜੂਸ ਜੀ। ਪਿਆਰ ਵਾਲੇ ਕਿਹੋ ਜਿਹੇ ਹੁੰਦੇ ਜੀ। ਇੱਕ ਵਾਰੀ ਇੱਕ ਪਹਿਲਾਂ ਵੀ ਬੇਨਤੀ ਕੀਤੀ ਸੀਗੀ ਇੱਕ ਦਿਨ ਜੀ, ਮਹਾਰਾਜ ਲਾਹੌਰ ਵਿੱਚ ਤੁਰੇ ਜਾਣ ਜੀ 6ਵੇਂ ਪਾਤਸ਼ਾਹ, 500 ਸਿੱਖ ਮਹਾਰਾਜ ਜੀ ਦੇ ਨਾਲ ਸੀਗਾ ਜੀ, ਹਥਿਆਰਾਂ ਵਾਲਾ ਜੀ। ਲਾਹੌਰ ਵਿੱਚ ਤੁਰੇ ਜਾਣ, ਬਾਜ਼ਾਰ 'ਚ ਤੁਰਦੇ ਤੁਰਦੇ ਸੱਚੇ ਪਾਤਸ਼ਾਹ ਇੱਕ ਦੁਕਾਨ ਤੇ ਪਹੁੰਚੇ ਜੀ। ਬਾਣੀਏ ਦੀ ਦੁਕਾਨ ਸੀ ਜੀ, ਤੇ ਦੁਕਾਨ ਤੇ ਨਾ ਜੀ ਇੱਕ ਤੋਤਾ ਪਿਆ ਸੀ ਪਿੰਜਰੇ ਵਿੱਚ ਜੀ। ਹਾਂਜੀ। ਤੇ ਸਾਧ ਸੰਗਤ ਜੀ, ਉਹ ਤੋਤਾ ਸਿੱਖਾਂ ਵੇਖ ਲਿਆ ਜੀ। ਮਹਾਰਾਜ ਉਹਨੂੰ ਵੇਖ ਕੇ ਖਲੋਤੇ ਜੀ, ਤੋਤੇ ਨੂੰ ਵੇਖ ਕੇ। ਜਦੋਂ ਮਹਾਰਾਜ ਖਲੋਤੇ, ਗੁਰੂ ਸਾਹਿਬ ਨੂੰ ਵੇਖ ਕੇ ਨਾ ਉਹ ਤੋਤਾ ਪਤਾ ਕੀ ਕਹਿਣ ਲੱਗਾ? 6ਵੇਂ ਪਾਤਸ਼ਾਹ ਨੂੰ ਕਹਿੰਦਾ ਆਓ ਜੀ ਬੈਠੋ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਗੱਲ ਤੇ ਕਈ ਵਾਰੀ ਬੰਦੇ ਨਹੀਂ ਜੀ ਕਹਿੰਦੇ ਜੀ। ਬਾਣੀਏ ਨੇ ਤੋਤੇ ਨੂੰ ਸਿਖਾਇਆ ਹੈਗਾ ਵੀ ਕੋਈ ਵੀ ਗਾਹਕ ਆਵੇ ਤੂੰ ਇਹ ਕਹਿਣਾ ਵੀ ਆਓ ਜੀ ਬੈਠੋ ਜੀ। ਮਹਾਰਾਜ ਬੜੇ ਖੁਸ਼ ਹੋਏ ਜੀ ਤੋਤੇ ਨੂੰ ਵੇਖ ਕੇ ਜੀ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਜੀ ਤੋਤੇ ਨੂੰ ਵੇਖ ਕੇ, ਤੇ ਮਹਾਰਾਜ ਵੇਖ ਕੇ ਅੱਗੇ ਨਿਕਲ ਗਏ ਜੀ। ਉਹਨਾਂ ਸਿੱਖਾਂ ਵਿੱਚ ਇੱਕ ਸਿੱਖ ਸੀਗਾ ਜੀ, ਉਹਨੇ ਵਿਚਾਰ ਆਪਣੇ ਮਨ ਵਿੱਚ ਵਿਚਾਰੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਤੋਤਾ ਬੜਾ ਪਸੰਦ ਆਇਆ ਏ। ਗੱਜ ਕੇ ਆਖੋ ਵਾਹਿਗੁਰੂ। ਉਹ ਅਮੀਰ ਤਾਂ ਨਹੀਂ ਸੀ ਹੈਗਾ, ਉਹਨੇ ਆਪਣੀ ਬਾਹਰੀ ਦਿੱਖਤ ਨਹੀਂ ਸੀ ਇਹੋ ਜਿਹੀ ਬਣਾਈ, ਪਰ ਗੁਰੂ ਸਾਹਿਬ ਅੱਗੇ ਚਲੇ ਗਏ ਜਿੱਥੇ ਪੜਾਅ ਕੀਤਾ ਸੀ। ਉਹ ਜਾ ਕੇ ਬਾਣੀਏ ਨੂੰ ਕਹਿਣ ਲੱਗਾ ਭਾਈ ਮੇਰੇ ਸਤਿਗੁਰੂ ਨੂੰ ਤੋਤਾ ਬੜਾ ਪਸੰਦ ਆਇਆ ਤੇ ਮੈਂ ਇਹ ਤੋਤਾ ਲੈਣਾ ਜੀ। ਵੇਖੋ ਗੱਲ ਤੋਤੇ ਦੀ ਆਈ ਸੀ ਹੈ ਵੀ ਮੈਂ ਤੋਤਾ ਲੈਣਾ। ਉਹ ਬਾਣੀਆਂ ਕਹਿਣ ਲੱਗਾ ਵੀ ਮੇਰੀ ਦੁਕਾਨ ਦੀ ਸ਼ਾਨ ਹੈ, ਮੈਂ ਇਹਨੂੰ ਮਸਾਂ ਮਸਾਂ ਇੰਨਾ ਬੋਲਣਾ ਸਿਖਾਇਆ,
ਤੇ ਮੈਂ ਨਹੀਂ ਇਹ ਤੋਤਾ ਤੈਨੂੰ ਦੇ ਸਕਦਾ। ਜਦੋਂ ਉਹਨੇ ਆਹ ਗੱਲ ਆਖੀ ਨਾ ਵੀ ਮੈਂ ਨਹੀਂ ਇਹ ਤੋਤਾ ਦੇ ਸਕਦਾ, ਤੇ ਗੁਰਮੁਖੋ ਉਹਨੇ ਵਿਚਾਰ ਬਣਾਈ, ਹੱਥ ਜੋੜ ਕੇ ਸਿੱਖ ਕਹਿਣ ਲੱਗਾ ਤੂੰ ਜੋ ਆਖੇਗਾ ਤੈਨੂੰ ਮੈਂ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੂੰ ਜੋ ਆਖੇਗਾ ਤੈਨੂੰ ਮੈਂ ਦਿਆਂਗਾ, ਤੇ ਤੂੰ ਮੈਨੂੰ ਤੋਤਾ ਦੇ ਦੇ। ਬਾਣੀਏ ਦੀ ਸੁਰਤ ਨੀਵੀਂ ਹੋ ਗਈ। ਉਹਨੇ ਪਤਾ ਕੀ ਆਖਿਆ? ਕਹਿਣ ਲੱਗਾ ਜੇ ਤੋਤਾ ਦੇਣਾ ਹੀ ਤੇ ਫਿਰ ਅੱਜ ਆਪਣੀ ਭੈਣ ਮੇਰੇ ਘਰ ਵਿੱਚ ਛੱਡ ਜਾ। ਕਹਿਣ ਲੱਗਾ ਮੈਂ ਉਹਦੇ ਕੋਲੋਂ ਜਿਹੜਾ ਮਰਜ਼ੀ ਕੰਮ ਕਰਾਵਾਂ, ਭਾਂਡੇ ਮੰਜਾਵਾਂ, ਕੱਪੜੇ ਧਵਾਵਾਂ, ਜੋ ਮਰਜ਼ੀ ਕਰਾਂ। ਹੁਣ ਉਹ ਘਰ ਗਿਆ, ਆਪਣੀ ਘਰ ਵਾਲੀ ਨਾਲ ਗੱਲ ਕੀਤੀ, ਤੇ ਘਰ ਵਾਲੀ ਨੇ ਅੱਗੋਂ ਭੈਣ ਨਾਲ ਗੱਲ ਕੀਤੀ ਜੀ। ਉਹ ਕਹਿਣ ਲੱਗੀ ਗੱਲ ਹੀ ਕੋਈ ਨਹੀਂ, ਆਪਾਂ ਚਲੇ ਜਾਵਾਂਗੇ। ਜੇ ਮੇਰੇ ਜਾਇਆ ਗੁਰੂ ਸਾਹਿਬ ਦੀ ਖੁਸ਼ੀ ਮੇਰੇ ਭਰਾ ਨੂੰ ਪ੍ਰਾਪਤ ਹੋ ਜੇ ਤੇ ਗੱਲ ਹੀ ਕੋਈ ਨਹੀਂ। ਕਹਿਣ ਲੱਗੀ ਉਹ ਚਲੇਗੀ ਜੀ ਭੈਣ ਜੀ। ਪਰ ਦਿਨ ਬਦਲ ਚੁੱਕਾ ਸੀਗਾ। ਬਾਣੀਏ ਨੇ ਤੇ ਵੈਸੇ ਟਾਲਿਆ ਸੀਗਾ। ਉਹ ਵੇਖਣ ਲੱਗਾ ਸਿੱਖ ਸੱਚੀ ਮੁੱਚੀ ਲੈ ਆਇਆ, ਤੇ ਨਾਲ ਹੀ ਫਿਰ ਉਹਨੇ ਆਖਿਆ, ਹੋਰ ਦਿਮਾਗ 'ਚ ਬਣਾਈ ਸੋਚ। ਕਹਿਣ ਲੱਗਾ ਇਹ ਤੇ ਮੈਂ ਕੱਲ ਦੀ ਗੱਲ ਆਖੀ ਸੀਗੀ, ਕੱਲ ਦੀ, ਜੇ ਤੂੰ ਤੋਤਾ ਲੈਣਾ ਭੈਣ ਵੀ ਦੇਣੀ ਪਏਗੀ ਤੇ ਧੀ ਵੀ ਦੇ ਹੁਣ ਆਪਣੀ। ਕਹਿਣ ਲੱਗਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਆ ਤੂੰ ਰੱਖ ਤੇ ਮੈਂ ਧੀ ਵੀ ਲੈ ਕੇ ਆਉਣਾ। ਕਹਿਣ ਲੱਗਾ ਜੇ ਤੂੰ ਦੇਰੀ ਨਾਲ ਆਇਆ ਤੇ ਹੋਰ ਵੱਧ ਜਾਏਗਾ ਤੋਤੇ ਦਾ ਮੁੱਲ। ਘਰ ਗਿਆ, ਆਪਣੀ ਪਤਨੀ ਨੂੰ ਕਿਹਾ ਵੀ ਹੁਣ ਕੀ ਕਰੀਏ? ਉਹਦੀ ਪਤਨੀ ਨੇ ਆਖਿਆ ਗੱਲ ਹੀ ਕੋਈ ਨਹੀਂ, ਭੂਆ ਤੇ ਭਤੀਜੀਆਂ ਇਕੱਠੀਆਂ ਰਹਿਣਗੀਆਂ, ਖੁਸ਼ ਰਹਿਣਗੀਆਂ, ਗੁਰੂ ਸਾਹਿਬ ਦੀ ਖੁਸ਼ੀ ਸਾਨੂੰ ਮਿਲ ਜੇ। ਧੀ ਨੇ ਵੀ ਹਾਂ ਕਰਤੀ। ਗੁਰਮੁਖੋ ਗੁਰੂ ਜੀ ਦੀ ਖੁਸ਼ੀ ਲੈਣ ਵਾਸਤੇ ਦੋਵਾਂ ਨੂੰ ਹੀ ਲੈ ਗਿਆ ਜੀ। ਹਾਂਜੀ, ਤੇ ਇੱਧਰ ਤੋਤਾ ਲੈ ਲਿਆ ਜੀ। ਵੀ ਮੇਰੇ ਸਤਿਗੁਰੂ ਨੂੰ ਤੋਤਾ ਬੜਾ ਚੰਗਾ ਲੱਗਾ। ਹਾਂਜੀ, ਲੈ ਲਿਆ ਤੋਤਾ। ਬਾਣੀਆਂ ਭੂਆ ਭਤੀਜੀ ਨੂੰ ਆਪਣੇ ਘਰ ਲੈ ਗਿਆ। ਉਹਦੀ ਪਤਨੀ ਕਹਿੰਦੀ ਵੀ ਇਹ ਕੀ ਹੈ? ਕਹਿੰਦਾ ਵੀ ਇਹ ਤੋਤੇ ਦਾ ਮੁੱਲ ਹੈ। ਉਹਦੀ ਪਤਨੀ ਸਮਝ ਗਈ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਦੀ ਪਤਨੀ ਕਹਿਣ ਲੱਗੀ ਵੀ ਇੱਕ ਤੋਤੇ ਦੇ ਬਦਲੇ ਕੌਣ ਆਪਣੀ ਭੈਣ ਤੇ ਧੀ ਛੱਡ ਕੇ ਜਾਂਦਾ? ਉਹ ਕਹਿੰਦੀ ਵੀ ਸੱਚ ਸੱਚ ਦੱਸੋ ਤੋਤਾ ਕਿਉਂ ਲਿਆ ਉਸ ਬੰਦੇ ਨੇ? ਉਹ ਕਹਿੰਦਾ ਤੋਤਾ ਲਿਆ ਉਹਨਾਂ ਨੇ ਆਪਣੇ ਗੁਰੂ ਵਾਸਤੇ। ਉਹ ਕਹਿਣ ਲੱਗੀ ਫਿਰ ਗੱਲ ਸੁਣ ਲਾ, ਉਹ ਗੁਰੂ ਆਮ ਨਹੀਂ ਹੈ। ਕਹਿਣ ਲੱਗੀ ਜਿਹਦੇ ਵਾਸਤੇ ਕੋਈ ਗੁਰੂ ਕਾ ਪਿਆਰਾ ਇੰਨੀ ਕੁਰਬਾਨੀ ਕਰਨ ਦਿਆ, ਉਹ ਗੁਰੂ ਆਮ ਨਹੀਂ ਹੈ। ਤੇ ਤੂੰ ਵਾਪਸ ਦੇ ਕੇ ਆ ਤੋਤਾ। ਗੱਜ ਕੇ ਆਖੋ ਵਾਹਿਗੁਰੂ। ਤੋਤਾ ਨਹੀਂ, ਇਹ ਦੋਵੇਂ ਵਾਪਸ ਕਰਕੇ ਆ, ਵਾਪਸ ਕਰਕੇ ਆ। ਉਧਰੋਂ ਗੁਰੂ ਕਾ ਸਿੱਖ ਉਹ ਮਹਾਰਾਜ ਕੋਲ ਤੋਤਾ ਲੈ ਕੇ ਪਹੁੰਚ ਚੁੱਕਾ ਹੈਗਾ ਜੀ। ਮਹਾਰਾਜ ਕੱਲ ਇਹ ਤੋਤਾ ਬਾਜ਼ਾਰ ਵਿੱਚ ਤੁਹਾਨੂੰ ਕਹਿੰਦਾ ਸੀ ਆਓ ਜੀ ਬੈਠੋ ਜੀ। ਮਹਾਰਾਜ ਇਹ ਤੁਹਾਨੂੰ ਬੜਾ ਹੀ ਚੰਗਾ ਲੱਗਾ। ਸੱਚੇ ਪਾਤਸ਼ਾਹ ਮੈਂ ਮਨ ਵਿੱਚ ਫੁਰਨਾ ਬਣਾਇਆ, ਇਹ ਜਿਹੜਾ ਤੁਹਾਨੂੰ ਚੰਗਾ ਲੱਗਾ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਵਸਤੂ। ਮਹਾਰਾਜ ਤੋਤਾ ਹਾਜ਼ਰ ਹੈ। ਛੇਵੇਂ ਪਾਤਸ਼ਾਹ ਪਤਾ ਕੀ ਕਹਿੰਦੇ? ਮਹਾਰਾਜ ਕਹਿੰਦੇ ਸਿੱਖਾ ਬੜਾ ਮਹਿੰਗਾ ਮੁੱਲ ਤਾਰ ਕੇ ਤੋਤਾ ਲੈ ਕੇ ਆਇਆ। ਕਹਿਣ ਲੱਗੇ ਅੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਬੜਾ ਮਹਿੰਗਾ ਮੁੱਲ ਤਾਰਿਆ ਹੀ। ਹਾਂਜੀ, ਮਹਾਰਾਜ ਕਹਿੰਦੇ ਬਹਿ ਜਾ। ਕਹਿਣ ਲੱਗੇ ਹਾਂਜੀ। ਮਹਾਰਾਜ ਤੋਤੇ ਨੂੰ ਵੇਖਣ ਦੇ ਜੀ। ਉਹਨਾਂ ਚਿਰ ਨੂੰ ਉਹ ਬਾਣੀਆਂ ਸਮੇਤ ਪਤਨੀ ਦੇ ਸਮੇਤ ਭੂਆ ਭਤੀਜੀ ਦੇ ਆ ਗਿਆ ਜੀ। ਚਰਨ ਫੜ ਲਏ ਉਹਨੇ, ਰੋ ਪਿਆ। ਕਹਿਣ ਲੱਗਾ ਸੱਚੇ ਪਾਤਸ਼ਾਹ ਮੈਨੂੰ ਮਾਫ ਕਰ ਦਿਓ, ਮੇਰੀ ਪਤਨੀ ਨੇ ਮੈਨੂੰ ਸਮਝਾਇਆ, ਮੇਰੀ ਸੋਚ ਨੀਵੀਂ ਹੋ ਗਈ ਸੀ। ਤੁਹਾਡੇ ਸਿੱਖ ਤੁਹਾਡੇ ਨਾਲ ਇੰਨਾ ਪਿਆਰ ਕਰਦੇ ਨੇ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇੰਨਾ ਪਿਆਰ ਕਰਦੇ ਸੱਚੇ ਪਾਤਸ਼ਾਹ ਤੁਹਾਡੇ ਨਾਲ। ਇੱਕ ਤੁਸੀਂ ਖੁਸ਼ੀ ਹੋਏ ਤੇ ਮਾੜਾ ਜਿਹਾ ਇਹ ਸਾਰਾ ਕੁਝ ਹੀ ਦੇਣ ਨੂੰ ਤਿਆਰ ਹੋ ਗਿਆ। ਸੰਗਤ ਜੀ ਪਿਆਰ ਵਾਲੇ ਇਹੋ ਜਿਹੇ ਹੁੰਦੇ ਚ ਜਿਨ੍ਹਾਂ ਦੇ ਅੰਦਰ ਪਿਆਰ ਹੈ ਜੀ। ਹਾਂਜੀ, ਜਿਹੜੇ ਨਿਰੇ ਗਾਲੜੀ ਵੇਖ ਲਓ ਮੁੱਕਰ ਗਿਆ ਜੀ। ਗਾਲੜੀ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਗਾਲੜੀ ਨਾ ਜੀ ਉੱਤੋਂ ਉੱਤੋਂ ਹੀ ਗੱਲਾਂ ਕਰਨ ਦਿਆ ਸੀ, ਉੱਤੋਂ ਉੱਤੋਂ ਹੀ ਜੀ। ਮਹਾਰਾਜ ਕਹਿੰਦੇ ਦੇ ਦੇ ਬਾਜ।
ਕਹਿਣ ਲੱਗਾ ਨਾ ਮਹਾਰਾਜ ਮੈਂ ਬਾਜ ਨਹੀਂ ਦੇ ਸਕਦਾ ਤੁਹਾਨੂੰ। ਹਾਂਜੀ। ਜੇ ਗੁਰ ਉਚਿਤ ਵਸਤ ਕੁਸ਼ ਹੋਵੇ ਹੈ ਸੋ ਪਹੁੰਚੇਗੀ ਆਏ ਉਤਾਲ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਤੂਈ ਗੱਲ ਸਾਡੀ ਚੇਤੇ ਰੱਖੀ, ਤੂੰ ਭਾਵੇਂ ਸਾਨੂੰ ਨਾ ਦੇਂ, ਕਹਿਣ ਲੱਗੇ ਜਿਹੜੀ ਵਸਤੂ ਸਾਨੂੰ ਚੰਗੇ ਲੱਗੇ ਉਹ ਆਪੇ ਹੀ ਸਾਡੇ ਕੋਲ ਆ ਜਾਂਦੀ, ਕਹਿਣ ਲੱਗੇ ਉਹ ਆਪੇ ਹੀ ਆ ਜਾਂਦੀ, ਕਹਿਣ ਲੱਗੇ। ਹਾਂਜੀ। ਨਹ ਦੇਵਨ ਕੋ ਆਪ ਜਸ ਲੇਵਨ। ਇਹ ਤੇ ਜਿਹੜਾ ਬੰਦਾ ਨਹੀਂ ਨਾ ਵਸਤੂ ਦਿੰਦਾ ਉਹ ਆਪ ਜਸ ਹੀ ਲੈਂਦਾ, ਕਹਿਣ ਲੱਗੇ। ਹਾਂਜੀ। ਸੋ ਪ੍ਰਾਪਤ ਹੀ ਹੋਤ ਵਿਸਾਲ। ਵਸਤੂ ਸਾਡੇ ਕੋਲ ਆਪੇ ਹੀ ਪਹੁੰਚ ਜਾਂਦੀ ਹੈ, ਜਿਹੜਾ ਨਾ ਕਰਦਾ ਉਹਨੂੰ ਆਪ ਜਸ ਮਿਲਦਾ, ਕਹਿਣ ਲੱਗੇ। ਹਾਂਜੀ। ਮੂੜ ਫਤੂਹੀ ਲਖ ਨਹਿ ਸਕ ਹੈ ਕਾਰਯ ਬੰਧਨ ਉਠ ਤਬ ਚਾਲ। ਤੇ ਜਿਹੜਾ ਬੜੀ ਟੌਰ ਦੇ ਨਾਲ ਤੇ ਬੜਾ ਆਕੜ ਕੇ ਆਇਆ ਸੀ ਨਾ ਮਹਾਰਾਜ ਕੋਲ, ਬੜਾ ਆਕੜ ਕੇ ਆਇਆ ਸੀ, ਉਹ ਮੂਰਖ ਫਤੂਈ ਜਾਣ ਹੀ ਨਹੀਂ ਜੀ ਸਕਿਆ ਜੀ। ਮੱਥਾ ਟੇਕਿਆ ਤੇ ਵਾਪਸ ਆ ਗਿਆ। ਰਸਤੇ 'ਚ ਵਿਚਾਰ ਕਰਦਾ ਵੀ ਸ਼ਿਕਾਰ ਤੇ ਵੀ ਨਹੀਂ ਜਾਣਾ ਹੁਣ ਮਨ ਖਰਾਬ ਹੋ ਗਿਆ। ਕਹਿਣ ਲੱਗਾ ਇਹ ਤੇ ਕੰਮ ਹੀ ਉਲਟਾ ਪੈ ਗਿਆ, ਕਹਿਣ ਲੱਗਾ ਗੁਰੂ ਜੀ ਨੇ ਮੰਗ ਲਿਆ। ਹਾਂਜੀ। ਇਹ ਵੀ ਗੁਰਮੁਖੋ ਬੰਦੇ ਦੀ ਪਛਾਣ ਹੋ ਜਾਂਦੀ ਜੀ। ਹਾਂਜੀ। ਹਿਰਦੈ ਬਿਰਾਤ ਬਾਜ ਨਿਹਾਰਤ ਇਕ ਰੇਸ਼ਮ ਡੋਰਾ ਤਿਸ ਪਾਸ। ਇਹ ਵੀ ਗੱਲ ਸੱਚੇ ਪਾਤਸ਼ਾਹ ਦੇ ਨਾਲ ਹੀ ਚ ਕੋਈ ਬੰਦਾ ਆਪਣੇ ਨਾਲ ਜੋੜੇ, ਉਹ ਵੀ ਗੱਲ ਸਹੀ ਨਹੀਂ ਦੀ ਹੈ ਕੀਤੀ। ਘਰ ਪਹੁੰਚ ਗਿਆ, ਮੰਜੇ ਤੇ ਪੈ ਗਿਆ, ਇੱਕ ਪਾਸੇ ਬਾਜ ਨੂੰ ਬਿਠਾ ਦਿੱਤਾ ਜੀ, ਤੇ ਲੰਮੇ ਪਿਆ ਪਿਆ ਸੋਚਣ ਦਿਆ ਵੀ ਮੇਰੇ ਨਾਲ ਬਣ ਕੀ ਗਿਆ। ਮੈਂ ਗਿਆ ਇੰਨੀ ਟੌਰ ਨਾ, ਇੰਨੇ ਲੋਕਾਂ ਦੇ ਵਿੱਚ ਗੁਰੂ ਸਾਹਿਬ ਨੇ ਮੇਰੇ ਕੋਲੋਂ ਬਾਜ ਮੰਗ ਲਿਆ, ਮੈਂ ਦਿੱਤਾ ਨਹੀਂ। ਸਿੱਖ ਮੈਨੂੰ ਬੁਰਾ ਵੇਖਣ ਦੇ ਸਨ ਉੱਥੇ ਵੀ ਇਹਨੇ ਗੁਰੂ ਸਾਹਿਬ ਨੂੰ ਦਿੱਤਾ ਕਿਉਂ ਨਹੀਂ। ਹਾਂਜੀ। ਗਹਿਤ ਚੌਂਚ ਮੈਂ ਨਿਕਲ ਗਇਓ ਤਬ ਦਿਖਤ ਫਤੂਹੀ ਰਹੇਗਾ ਤਾਸ। ਤੇ ਉਹ ਅਜੇ ਸੋਚਣ ਹੀ ਦਿਆ ਸੀਗਾ ਜੀ, ਲਾਗੇ ਰੇਸ਼ਮ ਦੀ ਡੋਰ ਪਈ ਸੀਗੀ ਜੀ। ਹਾਂਜੀ। ਤੇ ਗੁਰਮੁਖੋ ਫਤੂਈ ਦੇ ਵਹਿੰਦਿਆਂ ਵਹਿੰਦਿਆਂ ਬਾਜ ਉਹ ਰੇਸ਼ਮ ਦੀ ਡੋਰ ਨੂੰ ਅੰਦਰ ਨਿਕਲ ਗਿਆ ਜੀ। ਹਾਂਜੀ। ਤੂਰਨ ਕਰਤਿਓ ਗਹਿਤ ਰਹਿਓ ਤਹਿ ਨਹਿ ਬਚਾਵ ਹੋ ਪਛਤਾਪ। ਬਾਜ ਨੂੰ ਕੁਛ ਹੋਣ ਲੱਗ ਪਿਆ ਜੀ। ਹਾਂਜੀ। ਉਹ ਤੇ ਪਲਸੇਟੇ ਮਾਰਨ ਲੱਗ ਪਿਆ ਜੀ। ਫਤੂਈ ਬੜਾ ਕੁਛ ਕਰੇ ਜੀ, ਇਲਾਜ ਨਾ ਹੋਵੇ ਜੀ ਉਹਦਾ। ਬਾਜ ਮਰਨ ਵਾਲਾ ਹੋ ਗਿਆ ਜੀ ਕੁਝ ਸਮੇਂ ਵਿੱਚ। ਹਾਂਜੀ। ਅੰਤਰ ਗਇਓ ਬਿਹਾਲ ਪਇਓ ਤਬ ਲੋਟ ਪੋਟ ਦੁਖ ਤੇ ਜਿਮ ਨਾਸ। ਬਾਜ ਜਿਹੜਾ ਉਹ ਲੋਟ ਪੋਟ ਹੋਇਆ ਪਿਆ ਜੀ। ਹਾਂਜੀ। ਨਾ ਉੱਠਦਾ, ਨਾ ਕੁਝ ਖਾਵੇ, ਨਾ ਕੁਝ ਪੀਵੇ। ਬਾਜ ਲੋਟ ਪੋਟ ਹੋਇਆ ਪਿਆ। ਫਤੂਈ ਚਾਹੁੰਦਾ ਵੀ ਮੈਂ ਆਪਣਾ ਬਾਜ ਸਹੀ ਕਰਾਂ, ਪਰ ਬਾਜ ਨਹੀਂ ਸਹੀ ਹੁੰਦਿਆ ਜੀ। ਹਾਂਜੀ। ਕਨਿਓ ਪਾਵਨ ਕਰਤ ਫਤੂਹੀ ਪਇਓ ਬਾਜ ਜਿਮ ਪ੍ਰਾਨਨ ਹਾਣ। ਤੇ ਗੁਰਮੁਖੋ ਫਤੂਈ ਨੇ ਬੜੇ ਵਿਚਾਰ ਕੀਤੇ ਵੀ ਮੈਂ ਬਚਾਵਾਂ, ਇਉਂ ਲੱਗਦਾ ਸੀ ਵੀ ਬਾਜ ਹੁਣ ਮਾਰੀ ਜਾਏਗਾ ਛੇਤੀ। ਹਾਂਜੀ। ਜਾਤ ਹਾਥ ਤੇ ਮਿਰਤਕ ਹੋਏ ਅਬ ਗੁਰ ਗਾਥਾ ਮਨ ਮਹਿਤਾ ਬਿਆਨ। ਜਦੋਂ ਮਰਦੇ ਹੋਏ ਬਾਜ ਨੂੰ ਵੇਖਿਆ ਨਾ ਜੀ ਉਹਨੇ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਕੀ ਪਤਾ ਉਹ ਕੀ ਚੀਜ਼ ਸੀਗੀ ਜੀ ਜਿਹੜੀ ਉਹਦੇ ਅੰਦਰ ਚਲੇਗੀ ਜੀ, ਤੇ ਬਾਜ ਇੰਨਾ ਹੀ ਦੁਖੀ ਹੋ ਗਿਆ। ਜਦੋਂ ਉਹਨੇ ਮਰਦੇ ਹੋਏ ਬਾਜ ਨੂੰ ਵੇਖਿਆ, ਫਿਰ ਉਹਨੇ ਗੁਰੂ ਸਾਹਿਬ ਦੀ ਗੱਲ ਚੇਤਾ ਕੀਤੀ। ਹਾਂਜੀ। ਦੇਵਾ ਤਿਨ ਹੈ ਮਰਨ ਅਬ ਲਾਗਿਓ ਬਨੋ ਸਮੁਖ ਤੇ ਬਾਗ ਸਮਾਨ। ਫਿਰ ਮਨ ਚ ਵਿਚਾਰ ਕੀਤੀ ਵੀ ਮੈਂ ਕਿੰਨਾ ਚੰਗਾ ਹੋਵੇ ਵੀ ਇਹ ਬਾਜ ਗੁਰੂ ਨੂੰ ਹੀ ਦੇ ਦਿਆਂ, ਗੁਰੂ ਜੀ ਨੂੰ ਦੇ ਦਿਆਂ। ਘੱਟੋ ਘੱਟ ਉਧਰੋਂ ਤੇ ਮੇਰਾ ਪਾਸਾ ਰਹਿ ਜਾਏਗਾ ਨਾ। ਗੱਜ ਕੇ ਆਖੋ ਵਾਹਿਗੁਰੂ। ਬੰਦਾ ਬੜਾ ਚਲਾਕ ਹੈਗਾ ਜੀ। ਚੰਗਾ ਭਲਾ ਬਾਜ ਉਰੋਂ ਨਹੀਂ ਗੁਰੂ ਸਾਹਿਬ ਨੂੰ ਦੇਣ ਗਿਆ ਜੀ। ਹੁਣ ਜਦੋਂ ਮਰਨ ਵਾਲਾ ਹੋ ਗਿਆ ਤੇ ਵਿਚਾਰ ਬਣਾਈ ਵੀ ਗੁਰੂ ਜੀ ਨੂੰ ਦੇ ਆਵਾਂ। ਹਾਂਜੀ। ਪੁਨ ਮਰ ਜਾਏ ਰਹੇ ਕੈ ਜੀਵਤ ਜੇ ਮਰ ਗਿਆ ਤੇ ਮੈਨੂੰ ਦੋਸ਼ ਲੱਗੇਗਾ। ਹਾਂਜੀ। ਉਤਰ ਹੈ ਦੋਸ਼ ਕੀਨ ਅਗਿਆਨ। ਲੋਕਾਂ ਕਹਿਣਾ ਗੁਰੂ ਜੀ ਨੂੰ ਬਾਜ ਨਹੀਂ ਦਿੱਤਾ, ਬਾਜ ਮਰ ਗਿਆ, ਕਹਿਣ ਲੱਗਾ ਤੇ ਇਹਨੇ ਮਰ ਹੁਣ ਵੀ ਜਾਣਾ। ਤੇ ਕਿੰਨਾ ਚੰਗਾ ਹੋਵੇ ਵੀ ਮੈਂ ਗੁਰੂ ਸਾਹਿਬ ਨੂੰ ਬਾਜ ਦੇ ਦਿਆਂਗਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਲਓ ਜੀ ਉਹ ਮਰਦਾ ਹੋਇਆ ਬਾਜ ਲੈ ਕੇ ਛੇਤੀ ਛੇਤੀ ਉਹ ਗੁੱਜਰਵਾਲ ਦੇ ਇੱਕ ਪਾਸੇ ਜਿੱਥੇ ਮਹਾਰਾਜ ਬੈਠੇ ਸਨ ਨਾ ਜੀ, ਉੱਥੇ ਪਹੁੰਚ ਗਿਆ ਜੀ ਉਹ ਬੰਦਾ। ਹਾਂਜੀ। ਬਾਜ ਬਿਠਾਏ ਗੁਰੂ ਕੇ ਆਗੇ ਕਰ ਜੋਰੇ ਜੁਗ ਬਿਖੈ ਬਖਾਨ। ਉਹ ਬਾਜ ਸੱਚੇ ਪਾਤਸ਼ਾਹ ਦੇ ਅੱਗੇ ਬਿਠਾ ਕੇ ਨਾ ਜੀ
ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ। ਹਾਂਜੀ। ਮਹਾਰਾਜ ਇਹੋ ਰਾਵਰ ਕੋ ਅਬ ਲੀਜਹਿ ਨਿਜ ਕੀਜੈ ਸਵਧਾਨ। ਇਹ ਸੱਚੇ ਪਾਤਸ਼ਾਹ ਗਰੀਬ ਨਵਾਜ, ਇਹ ਬਾਜ ਹੁਣ ਤੁਹਾਡਾ ਹੈਗਾ, ਮਹਾਰਾਜ ਇਹਨੂੰ ਆਪੇ ਹੀ ਠੀਕ ਕਰ ਲੋ। ਕਹਿ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਾਫ ਕਰਿਓ, ਗੁਰੂ ਘਰ ਲਈ ਵਧੀਆ ਤੋਂ ਵਧੀਆ ਚੀਜ਼ ਭੇਟਾ ਕਰੋ। ਹਾਂਜੀ, ਇਹ ਨਹੀਂ ਕਈ ਵਾਰੀ ਜਿਹੜੀ ਘਰ ਕਿਸੇ ਕੰਮ ਦੀ ਨਹੀਂ ਉਹ ਗੁਰਦੁਆਰੇ ਦੇ ਦਿਓ ਜੀ। ਹਾਂਜੀ, ਉਹਨੇ ਜਿਹੜਾ ਬਾਜ ਹੁਣ ਮਰਨ ਦਿਆ ਜੀ, ਮਹਾਰਾਜ ਅੱਗੇ ਲਿਆ ਕੇ ਰੱਖਤਾ। ਮਹਾਰਾਜ ਇਹਨੂੰ ਸਹੀ ਕਰ ਲੋ ਤੇ ਤੁਸੀਂ ਰੱਖ ਲੋ। ਹਾਂਜੀ। ਬਾਕ ਨਾ ਮਾਨਿਓ ਭਇਓ ਦੋਸ਼ ਵੱਡ, ਲੈ ਅਬ ਬਖਸ਼ ਕਿਰਪਾ ਨਿਧਾਨ। ਇਹ ਵੀ ਪਤਾ ਲੱਗ ਗਿਆ ਮਹਾਰਾਜ ਮਰਨ ਤਾਂ ਦਿਆ, ਮੈਂ ਤੁਹਾਡੀ ਗੱਲ ਨਹੀਂ ਸੀ ਮੰਨੀ ਮਹਾਰਾਜ। ਮਹਾਰਾਜ ਦੋਸ਼ ਲੱਗੇਗਾ ਮੈਨੂੰ, ਮੈਨੂੰ ਬਖਸ਼ ਲਓ ਮਹਾਰਾਜ। ਹਾਂਜੀ। ਭੂਲਣ ਹਾਰ ਸਦਾਇ ਹੋ ਪ੍ਰਾਣੀ, ਬਖਸ਼ਣ ਹਾਰ ਸੋ ਆਪ ਮਹਾਨ। ਸੱਚੇ ਪਾਤਸ਼ਾਹ ਬੰਦੇ ਕੋਲੋਂ ਭੁੱਲਾਂ ਹੋ ਜਾਂਦੀਆਂ, ਤੁਸੀਂ ਮਹਾਰਾਜ ਬਖਸ਼ਣ ਵਾਲੇ ਹੋ। ਬਖਸ਼ ਲਓ ਸੱਚੇ ਪਾਤਸ਼ਾਹ ਮੈਨੂੰ ਤੇ ਬਾਜ ਨੂੰ ਬਚਾ ਲਓ ਮਹਾਰਾਜ। ਹਾਂਜੀ। ਕਹਾਂ ਪਇਓ ਤਬ ਸਤਿਗੁਰ ਬੂਝਿਓ, ਸੁਣਤ ਫਤੂਹੀ ਸਗਲ ਬਤਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਤੂਈ ਕੀ ਹੋਇਆ ਤੇਰੇ ਬਾਜ ਨੂੰ? ਇਹ ਤੇ ਤੈਨੂੰ ਬੜਾ ਪਿਆਰਾ ਸੀ, ਇੱਕ ਖਿੰਦ ਵਾਸਤੇ ਵੀ ਤੂੰ ਅੱਖਾਂ ਤੋਂ ਪਰਾਂ ਨਹੀਂ ਸੀ ਕਰਦਾ। ਕੀ ਹੋ ਗਿਆ? ਕਹਿਣ ਲੱਗਾ ਮਹਾਰਾਜ ਨੇ ਡੋਰ ਅੰਦਰ ਨੰਗਾਲੀ ਹੈ, ਉਹ ਡੋਰ ਇਹਨੂੰ ਤੰਗ ਕਰਨ ਦੀ ਲੋਟ ਪੋਟ ਹੁੰਦਿਆ ਤੇ ਮਰ ਜਾਣਾ ਮਹਾਰਾਜ ਨੇ। ਹਾਂਜੀ। ਸੁਣ ਸ਼੍ਰੀ ਹਰਿ ਗੋਬਿੰਦ ਚੰਦ ਗੁਰ, ਆਪਣੋ ਹੱਥ ਬਿਠਾਵਣ ਕੀਨ। ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਬਾਜ ਹੱਥ ਤੇ ਰੱਖ ਲਿਆ ਜੀ ਆਪਣੇ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਸਨ ਵਸਤੂ ਆਪੇ ਹੀ ਆ ਜਾਂਦੀ ਜੀ। ਮਹਾਰਾਜ ਨੇ ਕਿਹਾ ਸੀ ਨਾ ਜੀ, ਆਪੇ ਹੀ ਲੈ ਕੇ ਆਇਆ ਜੀ। ਬਾਜ ਮਹਾਰਾਜ ਨੇ ਇੱਥੇ ਰੱਖ ਲਿਆ ਜੀ, 6ਵੇਂ ਪਾਤਸ਼ਾਹ ਨੇ। ਹਾਂਜੀ। ਕਹਿਤ ਭਏ ਕਿਸ ਕਾਰਨ ਕਰਕੇ, ਡੋਰਾ ਬਦਨ ਨਿਗਲਤਾ ਲੀਨ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿਸ ਬਾਜ ਜਿਸ ਕਾਰਜ ਕਰਕੇ ਤੂੰ ਡੋਰ ਆਪਣੇ ਅੰਦਰ ਖੜੀ ਸੀ ਨਾ, ਕਹਿਣ ਲੱਗੇ। ਹਾਂਜੀ। ਜਿਮ ਨਿਗਲਿਓ ਤਿਮ ਉਗਲ ਤੁੰਡ ਤੇ, ਸਾਵਧਾਨ ਬਨ ਕੇ ਬਲ ਪੀਨ। ਸੱਚੇ ਪਾਤਸ਼ਾਹ ਕਹਿੰਦੇ ਹੁਣ ਉਵੇਂ ਹੀ ਬਾਹਰ ਕੱਢ ਦੇ। ਕਹਿਣ ਲੱਗੇ ਕੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਬਾਜ ਹੁਣ ਡੋਰ ਬਾਹਰ ਕੱਢ ਦੇ। ਕਹਿਣ ਲੱਗੇ। ਹਾਂਜੀ। ਇਮ ਪਣ ਤੇ ਤਤ ਛਿਨਹਿ ਮਥ ਤੇ, ਰੇਸ਼ਮ ਡੋਰ ਉਗਲ ਕਰ ਬਸ ਦੀਨ। ਬਚਨ ਕਰਨ ਦੀ ਦੇਰ ਸੀਗੀ ਜੀ। ਉਹ ਜਿਹੜੀ ਡੋਰ ਅੰਦਰ ਗਈ ਸੀ, ਬਾਜ ਨੇ ਅੰਦਰੋਂ ਲਾਇਆ ਜ਼ੋਰ। ਗੁਰੂ ਜੀ ਨੇ ਕੀਤੀ ਕਿਰਪਾ, ਫਤੂਈ ਕਿਸਾਨ ਸਾਹਮਣੇ ਬੈਠਾ ਜੀ। ਬਾਜ ਨੇ ਉਹ ਡੋਰ ਬਾਹਰ ਕੱਢ ਦਿੱਤੀ ਜੀ। ਕੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਬਾਹਰ ਕੱਢ ਕੇ ਅੱਗੇ ਰੱਖ ਦਿੱਤੀ ਜੀ ਮਹਾਰਾਜ ਦੇ। ਹਾਂਜੀ। ਬੋਹਰਾ ਪਰਿਓ ਗੁਰੂ ਆਗੇ ਤਬ ਹੈ, ਕੀਨ ਬਿਲੋਕਣ ਡੋਰ। ਹਿਰਦੈ ਫਤੂਹੀ ਬਿਸਮ ਕਰ, ਰਹਿਓ ਚੁਗਲ ਕਰ ਜੋਰ। ਮਹਾਰਾਜ ਕਹਿੰਦੇ ਫਤੂਈ ਇਹੋ ਹੀ ਡੋਰ ਇਹਦੇ ਅੰਦਰ ਗਈ ਸੀ? ਕਹਿਣ ਲੱਗਾ ਜੀ ਹਾਂ। ਮਹਾਰਾਜ ਕਹਿੰਦੇ ਬਾਜ ਵੀ ਸਾਡੇ ਕੋਲ ਆਉਣਾ ਚਾਹੁੰਦਾ ਸੀ। ਕਹਿਣ ਲੱਗੇ ਗੱਜ ਕੇ ਆਖੋ ਵਾਹਿਗੁਰੂ। ਤਾਂ ਇਹਨੇ ਇਹ ਸਾਰਾ ਕੁਝ ਕੀਤਾ ਹੀ। ਕਹਿਣ ਲੱਗੇ ਹੈ ਤੇ ਫਤੂਈ ਹੁਣ ਹੱਥ ਜੋੜ ਕੇ ਸਾਹਮਣੇ ਬਹਿ ਗਿਆ ਜੀ। ਮਹਾਰਾਜ ਮੈਨੂੰ ਮਾਫ ਕਰ ਦਿਓ। ਹਾਂਜੀ। ਸ਼੍ਰੀ ਸਤਿਗੁਰ ਸਮਰੱਥ ਤੁਮ, ਸਭ ਬਿਦ ਸ਼ਕਤ ਵਿਸਾਲ। ਕਹਿਣ ਲੱਗਾ ਮਹਾਰਾਜ ਤੁਸੀਂ ਸਮਰੱਥ ਹੋ ਸੱਚੇ ਪਾਤਸ਼ਾਹ, ਸਾਰੀਆਂ ਸ਼ਕਤੀਆਂ ਨੇ ਤੁਹਾਡੇ ਵਿੱਚ। ਹਾਂਜੀ। ਮਾਰਨ ਅਰ ਜੀਵਾਵਣ, ਕਰਹੁ ਬਾਕ ਕੇ ਨਾਲ। ਸੱਚੇ ਪਾਤਸ਼ਾਹ ਮਾਰਨਾ ਤੇ ਜਿੰਦੇ ਕਰਨਾ ਇਹ ਤੇ ਤੁਹਾਡੇ ਵਾਸਤੇ ਇੱਕ ਬਚਨ ਕਹਿਣ ਦੀ ਖੇਡ ਹੈਗੀ ਮਹਾਰਾਜ। ਤੁਹਾਡੇ ਇੱਕ ਬਚਨ ਨਾਲ ਕੋਈ ਮਰ ਸਕਦਾ ਤੇ ਇੱਕ ਬਚਨ ਨਾਲ ਕੋਈ ਜਿੰਦਾ ਵੀ ਹੋ ਸਕਦਾ ਹੈ। ਗੱਜ ਕੇ ਆਖੋ ਵਾਹਿਗੁਰੂ। ਇਹ ਸਾਰਾ ਕੁਝ ਪਤਾ ਕਿਉਂ ਕੀਤਾ ਜੀ ਗੁਰੂ ਜੀ ਨੇ? ਫਤੂਈ ਕਿਸਾਨ ਦੇ ਅੰਦਰ ਮਾਣ ਬੜਾ ਸੀਗਾ ਜੀ। ਹਾਂਜੀ, ਵੀ ਮੈਂ ਬੜਾ ਅਮੀਰ ਬੰਦਾ ਹੈਗਾ ਇਸ ਇਲਾਕੇ ਦਾ। ਹੈ ਮੈਂ ਬੜਾ ਅਮੀਰ ਆ, ਮੇਰੇ ਕੋਲ ਬੜੀਆਂ ਕੀਮਤੀ ਵਸਤੂਆਂ। ਬਾਜ ਦੀ ਥੋੜੀ ਕਮੀ ਹੈਗੀ ਜੀ ਗੁਰੂ ਜੀ ਨੂੰ। ਪਰ ਮਹਾਰਾਜ ਨੇ ਉਹਦਾ ਮਾਣ ਦੂਰ ਕਰ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਉਹ ਫਿਰ ਅੱਗੋਂ ਨਿਮਰਤਾ ਦੇ ਨਾਲ ਮਹਾਰਾਜ ਦੇ ਚਰਨਾਂ 'ਚ ਡਿੱਗ ਗਿਆ। ਇਸ ਕਰਕੇ ਸੰਗਤ ਜੀ ਸਿੱਖਿਆ ਤੇ ਇਹੋ ਹੀ ਹੈ, ਨਿਮਰਤਾ ਤੇ ਪ੍ਰੇਮ ਦੇ ਨਾਲ ਹੀ ਗੁਰੂ ਘਰ ਆਇਆ ਜਾਏ ਜੀ। ਹਾਂਜੀ, ਨਿਮਰਤਾ ਤੇ ਪ੍ਰੇਮ ਨਾਲ ਗੁਰੂ ਜੀ ਦੇ ਹਜ਼ੂਰ ਜਾਇਆ ਕਰੀਏ ਤੇ ਜੋ ਕੁਝ ਗੁਰੂ ਜੀ ਨੇ ਦਿੱਤਾ ਉਹਨੂੰ ਗੁਰੂ ਜੀ ਦਾ ਹੀ ਜਾਣਨਾ ਜੀ। ਹਾਂਜੀ, ਜੋ ਹੈਗਾ ਕੋਲ
ਸਭ ਕੁਝ ਗੁਰੂ ਜੀ ਦਾ ਜਾਣਨਾ ਮਹਾਰਾਜ ਤੁਹਾਡਾ ਦਿੱਤਾ ਹੈ, ਸਾਡਾ ਕੁਝ ਵੀ ਨਹੀਂ ਹੈਗਾ ਸੱਚੇ ਪਾਤਸ਼ਾਹ। ਆਖੋ ਸਾਰੇ ਫਿਰ, ਸਮਾਂ ਥੋੜਾ ਜਿਹਾ ਉੱਤੇ ਹੋ ਗਿਆ, ਮੈਨੂੰ ਮਾਫ ਕਰ ਦਿਓ। ਬੜੇ ਪ੍ਰੇਮ ਨਾਲ ਆਖੋ, ਤੂੰ ਦਾਤਾ ਦਾਤਾਰ, ਤੂੰ ਦਾਤਾ ਦਾਤਾਰ, ਤੂੰ ਤੇਰਾ ਦਿੱਤਾ ਖਾਵਣਾ, ਤੇਰਾ ਦਿੱਤਾ ਖਾਵਣਾ, ਤੇਰਾ ਸਾਰਾ ਕੁਝ ਗੁਰੂ ਜੀ ਦਾ ਹੀ ਦਿੱਤਾ ਹੋਇਆ ਜੀ। ਇਸ ਕਰਕੇ ਗੁਰੂ ਘਰ ਵਿੱਚ ਆ ਕੇ ਆਪਾਂ ਨਹੀਂ ਜਨਾਉਣਾ ਜੀ। ਅੱਜ ਕੇ ਆਖੋ ਵਾਹਿਗੁਰੂ। ਵੀ ਕੁਛ ਸਾਡਾ ਵੀ ਹੈ ਜੀ, ਸਭ ਕੁਝ ਗੁਰੂ ਜੀ ਦਾ ਦਿੱਤਾ ਹੋਇਆ ਜੀ। ਸਭ ਕੁਝ ਗੁਰੂ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਜੀ। ਸੋ ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਅਗਲਾ ਗੁਰੂ ਜੀ ਦਾ ਚੋਜ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।